ਅਗਲਾ ਲੇਖ ਹੈ ਥੋਮ। ਥੋਮ ਜਾਂ ਲਸਣ 5000 ਸਾਲਾਂ ਤੋਂ ਵੀ ਪਹਿਲਾਂ ਤੋਂ ਵਰਤਿਆ ਜਾ ਰਿਹਾ ਹੈ ਤੇ ਇਸ 'ਚ ਭਰੀ ਕੁਦਰਤੀ ਤਾਕਤ ਦਾ ਅੰਦਾਜ਼ਾ ਮਿਸਰ ਵਾਸੀਆਂ ਨੂੰ ਬਹੁਤ ਪਹਿਲਾਂ ਤੋਂ ਹੀ ਲੱਗ ਗਿਆ ਸੀ। ਇਸੇ ਲਈ ਪਿਰਾਮਿਡ ਬਣਾਉਣ ਵਾਲੇ ਗੁਲਾਮਾਂ ਨੂੰ ਰੋਜ਼ ਥੋਮ ਖਾਣ ਲਈ ਦਿੱਤਾ ਜਾਂਦਾ ਸੀ ਤਾਂ ਜੋ ਉਹਨਾਂ ਨੂੰ ਕਮਜ਼ੋਰੀ ਮਹਿਸੂਸ ਨਾ ਹੋਵੇ ਤੇ ਉਹ ਕੰਮ ਉੱਤੇ ਪੂਰੀ ਤਾਕਤ ਨਾਲ ਜੁਟੇ ਰਹਿਣ। ਤਾਕਤ ਬਣਾਈ ਰੱਖਣ ਦਾ ਬਸ ਝੱਸ ਇੰਨਾ ਵੱਧ ਗਿਆ ਕਿ ਫਿਰ ਇਹ ਰਾਜਿਆਂ ਦੇ ਮਰਨ ਉਪਰੰਤ ਉਹਨਾਂ ਦੀਆਂ ਲਾਸ਼ਾਂ ਨਾਲ ਵੀ ਰੱਖ ਕੇ ਦਫਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਉਸ ਤੋਂ ਬਾਅਦ ਕਈ ਸਦੀਆਂ ਤੱਕ ਹਰ ਲੜਾਈ ਤੋਂ ਪਹਿਲਾਂ ਫੌਜੀ ਨੂੰ ਥੋਮ ਖਵਾ ਕੇ ਭੇਜਿਆ ਜਾਂਦਾ ਸੀ ਤਾਂ ਜੋ ਉਹਨਾਂ ਦੇ ਸਰੀਰ 'ਚ ਕਮਜ਼ੋਰੀ ਨਾ ਆਏ ਤੇ ਪੂਰੀ ਤਾਕਤ ਨਾਲ ਦੇਰ ਤੱਕ ਲੜਦੇ ਰਹਿ ਸਕਣ। ਹੌਲੀ ਹੌਲੀ ਖਿਡਾਰੀਆਂ ਨੂੰ ਇਹਦੀ ਤਾਕਤ ਦਾ ਅੰਦਾਜ਼ਾ ਹੋਇਆ ਤਾਂ ਉਹ ਵੀ ਸਾਲਾਨਾ ਖੇਡਾਂ ਜਾਂ ਕਿਸੇ ਵੀ ਹੋਰ ਖੇਡਾਂ ਦੇ ਮੁਕਾਬਲਿਆਂ ਤੋਂ ਹਫ਼ਤਾ ਜਾਂ 15 ਦਿਨ ਪਹਿਲਾਂ ਤੋਂ ਦੱਬ ਕੇ ਥੋਮ ਖਾਣ ਲੱਗ ਪਏ। ਚੀਨ, ਭਾਰਤ, ਕੋਰੀਆ, ਸਪੇਨ ਤੇ ਅਮਰੀਕਾ 'ਚ ਥੋਮ ਰੱਜ ਕੇ ਉਗਾਇਆ ਜਾਂਦਾ ਹੈ ਤੇ ਆਮ ਸਬਜ਼ੀਆਂ, ਦਾਲਾਂ, ਮੀਟ, ਚਿਕਨ, ਅਚਾਰ ਆਦਿ ਵਿੱਚ ਪਾਉਣ ਤੋਂ ਇਲਾਵਾ ਇਹਦੇ ਗੁਣ ਵੇਖਦੇ ਹੋਏ ਇਹਦੀ ਦਵਾਈ ਬਣਾ ਕੇ ਪਾਊਡਰ ਜਾਂ ਤੇਲ ਦੇ ਰੂਪ 'ਚ ਵੀ ਵਰਤਿਆ ਜਾਣ ਲੱਗ ਪਿਆ। ਪੁਰਾਣੀਆਂ ਲੋਕ ਕਥਾਵਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਮਾੜੀਆਂ ਰੂਹਾਂ ਨੂੰ ਭਜਾਉਣ ਲਈ ਥੋਮ ਵਰਤਿਆ ਜਾਂਦਾ ਰਿਹਾ। ਹੁਣ ਤੱਕ ਵੀ ਲੋਕ ਚੰਗੇ ਸ਼ਗਨ ਵਜੋਂ ਇਹਦੀ ਵਰਤੋਂ ਕਰ ਰਹੇ ਹਨ ਤੇ ਨਵਜੰਮੇ ਬੱਚੇ ਸਿਰਫ ਮੁੰਡੇ ਦੇ ਗਲੇ ਦੁਆਲੇ ਜਾਂ ਲੱਕ ਦੁਆਲੇ ਧਾਗੇ 'ਚ ਥੋਮ ਪਾ ਕੇ ਬੰਨ੍ਹ ਛੱਡਦੇ ਹਨ ਤਾਂ ਜੋ ਕਾਕੇ ਨੂੰ ਨਜ਼ਰ ਨਾ ਲੱਗੇ ਤੇ ਵੱਡਾ ਹੋ ਕੇ ਇਹਦੀ ਤਾਕਤ ਵੱਧ ਜਾਏ। ਇਹ ਤਾਂ ਰਹੀਆਂ ਥੋਮ ਬਾਰੇ ਸਦੀਆਂ ਤੋਂ ਪ੍ਰਚਲਿਤ ਗੱਲਾਂ। ਹੁਣ ਗੱਲ ਕਰੀਏ ਇਹਦੀ ਵਰਤੋਂ ਬਾਰੇ। ਤਾਜ਼ਾ ਥੋਮ ਸਭ ਤੋਂ ਵੱਧ ਗੁਣਕਾਰੀ ਹੁੰਦਾ ਹੈ ਤੇ ਪਾਊਡਰ, ਪੇਸਟ ਜਾਂ ਸੁਕਾ ਕੇ ਵਰਤਣ ਨਾਲ ਇਹਦਾ ਅਸਰ ਘੱਟ ਹੋ ਜਾਂਦਾ ਹੈ। ਇਸੇ ਲਈ ਬਾਜ਼ਾਰੋਂ ਖਰੀਦਣ ਲੱਗਿਆਂ ਧਿਆਨ ਰੱਖਣ ਦੀ ਲੋੜ ਹੈ ਕਿ ਥੋਮ ਨੂੰ ਸੁੱਕਿਆ ਨਾ ਹੋਵੇ ਬਲਕਿ ਭਰਮਾ ਹੋਵੇ ਤੇ ਕੱਟਿਆ ਵੱਢਿਆ ਨਾ ਹੋਵੇ। ਨਰਮ ਪੈ ਚੁੱਕਿਆ, ਉੱਲੀ ਲੱਗਿਆ ਹੋਇਆ, ਕਾਲੇ ਧੱਬੇ ਵਾਲਾ, ਪੁੰਗਰਿਆ ਹੋਇਆ ਜਾਂ ਸੁੱਕਿਆ ਫਿਸਿਆ ਥੋਮ ਨਾ ਹੀ ਵਰਤਿਆ ਜਾਵੇ ਤਾਂ ਬਿਹਤਰ ਹੈ। ਬਹੁਤ ਵੱਡੀਆਂ ਥੋਮ ਦੀਆਂ ਤੁਰੀਆਂ ਐਲੀਫੈਂਟ ਗਾਰਲਿਕ ਵਿੱਚ ਗੁਣਕਾਰੀ ਤੱਤ ਕੁਝ ਘੱਟ ਹੁੰਦੇ ਹਨ। ਥੋਮ ਨੂੰ ਤੇਜ਼ ਰੌਸ਼ਨੀ ਜਾਂ ਧੁੱਪੇ ਰੱਖਣ ਦੀ ਥਾਂ ਕੁਝ ਠੰਡੇ ਕੋਨੇ ਵਾਲੇ ਥਾਂ ਰੱਖਣਾ ਬਿਹਤਰ ਹੈ ਜਿੱਥੇ ਛੇਤੀ ਪੁੰਗਰਦਾ ਨਹੀਂ ਤੇ ਜ਼ਿਆਦਾ ਦੇਰ ਤਾਜ਼ਾ ਰਹਿ ਸਕਦਾ ਹੈ। ਥੋਮ ਨੂੰ ਫ੍ਰਿਜ ਵਿੱਚ ਰੱਖਣ ਦੀ ਲੋੜ ਨਹੀਂ ਹੁੰਦੀ। ਛਿਲਕੇ ਤੁਰੀਆਂ ਨੂੰ ਵੀ ਫ੍ਰਿਜ 'ਚ ਨਹੀਂ ਰੱਖਣਾ ਚਾਹੀਦਾ, ਇਸ ਨਾਲ ਵੀ ਇਹਦੇ ਗੁਣਕਾਰੀ ਤੱਤ ਘੱਟ ਜਾਂਦੇ ਹਨ। ਥੋਮ ਦੇ ਸਿਰੇ ਉੱਪਰਲੀ ਗੰਢ ਜੇ ਭੰਨ ਦਿੱਤੀ ਜਾਵੇ ਤਾਂ ਵੀ ਤੁਰੀਆਂ ਇਕੱਠੀਆਂ ਨਾ ਰਹਿਣ ਸਦਕਾ ਥੋਮ ਨੂੰ ਛੇਤੀ ਯਾਨੀ ਹਫ਼ਤੇ 'ਚ ਵਰਤਣਾ ਪੈਂਦਾ ਹੈ, ਵਰਨਾ ਸਾਬਤ ਥੋਮ ਤਾਂ ਮਹੀਨਾ ਭਰ ਰੱਖਿਆ ਜਾ ਸਕਦਾ ਹੈ। ਧਿਆਨ ਰਹੇ ਕਿ ਛਿੱਲਣ ਲੱਗਿਆ ਜਿਹੜੀ ਵੀ ਤੁਰੀ ਸੁੱਕੀ ਜਾਂ ਉੱਲੀ ਵਾਲੀ ਦਿਸੇ ਉਹਨੂੰ ਬਿਲਕੁਲ ਨਹੀਂ ਵਰਤਣਾ। ਹੁਣ ਥੋਮ ਵਿਚਲੇ ਲੁਕੇ ਤੱਤਾਂ ਬਾਰੇ ਵੀ ਜਾਣੀਏ। ਥੋਮ ਤੋਂ ਵਧੀਆ ਕੁਦਰਤੀ ਐਂਟੀਆਕਸੀਡੈਂਟ ਸ਼ਾਇਦ ਹੀ ਕੋਈ ਹੋਰ ਹੋਵੇ ਕਿਉਂਕਿ ਇਸ ਵਿੱਚ ਸਲਫਰ ਤੁੰਨ ਕੇ ਭਰਿਆ ਪਿਆ। ਇਸ ਤੋਂ ਇਲਾਵਾ ਮੈਗਨੀਜ਼ ਵੀ ਕੁਦਰਤ ਨੇ ਢੇਰ ਸਾਰਾ ਭਰ ਛੱਡਿਆ। ਵਿਟਾਮਿਨ B6 ਤੇ ਵਿਟਾਮਿਨ C ਵੀ ਇਸ ਵਿੱਚ ਵਾਧੂ ਹੈ ਤੇ ਵਿਟਾਮਿਨ B1 ਵੀ ਬਥੇਰਾ ਹੈ। ਇਸ ਤੋਂ ਇਲਾਵਾ ਫਾਸਫੋਰਸ, ਸੀਲੀਅਮ, ਕੈਲਸ਼ੀਅਮ, ਟ੍ਰਿਪਟੋਫੈਨ ਤੇ ਕਾਪਰ ਵੀ ਭਰੇ ਪਏ ਹਨ। ਇਸ ਤੋਂ ਪਹਿਲਾਂ ਕਿ ਮੈਂ ਥੋਮ ਦੇ ਹੋਰ ਗੁਣਾਂ ਤੇ ਸਿਹਤ ਲਈ ਫਾਇਦਿਆਂ ਬਾਰੇ ਜ਼ਿਕਰ ਕਰਾਂ, ਇਹ ਸਪਸ਼ਟ ਕਰ ਦੇਣਾ ਬਿਹਤਰ ਹੋਏਗਾ ਕਿ ਸ਼ੱਕਰ ਰੋਗੀਆਂ 'ਚ ਸ਼ੱਕਰ ਦੀ ਮਾਤਰਾ ਘਟਾਉਣ 'ਚ ਥੋਮ ਅਸਰਦਾਰ ਨਹੀਂ ਹੈ। ਥੋਮ ਵਿਚਲਾ ਐਲਿਸਿਨ ਹੀ ਇਹਦੇ ਸਾਰੇ ਗੁਣਾਂ ਦਾ ਸੋਮਾ ਹੈ ਤੇ ਖੁਸ਼ਬੂ ਵੀ ਇਸੇ ਸਦਕਾ ਹੈ। ਜੇ ਬਹੁਤ ਜ਼ਿਆਦਾ ਭੁੰਨ ਕੇ ਥੋਮ ਦੀ ਖੁਸ਼ਬੂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤਾਂ ਐਲਿਸਿਨ ਮੁੱਕ ਜਾਣ ਉੱਤੇ ਥੋਮ ਬੇਅਸਰ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਖੋਜ ਕਰੀਏ ਥੋਮ ਦੇ ਦਿਲ ਦੀਆਂ ਬਿਮਾਰੀਆਂ ਉੱਤੇ ਅਸਰ ਬਾਰੇ। ਜਿੰਨੀਆਂ ਵੀ ਖੋਜਾਂ ਹੋਈਆਂ ਹਨ ਉਹਨਾਂ ਵਿੱਚ ਸਬਜ਼ੀਆਂ 'ਚ ਵਰਤੇ ਜਾ ਰਹੇ ਸ਼ੁੱਧ ਥੋਮ ਦੀ ਥਾਂ ਇਹਦਾ ਪਾਊਡਰ ਬਣਾ ਕੇ ਜਾਂ ਥੋਮ ਦੇ ਸ਼ੁੱਧ ਤੇਲ ਨੂੰ ਮਰੀਜ਼ਾਂ ਨੂੰ ਪਿਆ ਕੇ ਖੋਜ ਕੀਤੀ ਗਈ। ਨਤੀਜੇ ਕਮਾਲ ਦੇ ਸਨ। ਸਰੀਰ ਅੰਦਰਲੇ ਕੋਲੈਸਟਰੋਲ ਤੇ ਟ੍ਰਾਈਗਲਿਸਰਾਈਡ 5 ਤੋਂ 15% ਘਟ ਗਏ। ਥੋਮ ਵਿਚਲੇ ਸਲਫਰ ਸਦਕਾ ਲਹੂ ਦੀਆਂ ਨਾੜੀਆਂ ਫੈਲ ਗਈਆਂ ਤੇ ਬਲੱਡ ਪ੍ਰੈਸ਼ਰ ਵੀ ਘਟ ਗਿਆ। ਲਹੂ ਦੀਆਂ ਨਾੜੀਆਂ ਅੰਦਰ ਤਣਾਅ ਤੇ ਆਕਸੀਡੇਟਿਵ ਤੱਤਾਂ ਸਦਕਾ ਹੋ ਰਿਹਾ ਨੁਕਸਾਨ ਬਹੁਤ ਜ਼ਿਆਦਾ ਘਟ ਗਿਆ ਤੇ ਨਾੜੀਆਂ ਅੰਦਰਲੀ ਪਰਤ ਦਾ ਕੋਈ ਨੁਕਸਾਨ ਨਹੀਂ ਹੋਇਆ। ਥੋਮ ਵਿਚਲੇ ਐਂਟੀਆਕਸੀਡੈਂਟ ਨਾੜੀਆਂ ਅੰਦਰ ਥਿੰਦਾ ਜਾਂ ਲਹੂ ਜੰਮਣ ਨਹੀਂ ਦਿੰਦੇ ਤੇ ਹਾਰਟ ਅਟੈਕ ਦੇ ਨਾਲ ਐਥਰੋਸਕਲੇਰੋਸਿਸ ਜਾਂ ਵੱਧਦੀ ਉਮਰ 'ਚ ਥਿੰਦੇ ਨਾਲ ਹੋ ਰਹੇ ਨੁਕਸਾਨ ਉੱਤੇ ਵੀ ਕਾਬੂ ਪਾਉਂਦੇ ਹਨ। ਸਰੀਰ ਅੰਦਰਲੇ ਸੈੱਲਾਂ ਨੂੰ ਇੰਟਰਲਿਊਕਿਨ 6 ਤੇ 8 ਦੇ ਮਾੜੇ ਅਸਰ ਹੇਠ ਆਉਣ ਤੋਂ ਰੋਕਦੇ ਹਨ, ਜਿਸ ਨਾਲ ਨਸਾਂ ਅੰਦਰਲੀ ਪਰਤ ਖਰਾਬ ਹੋਣ ਤੋਂ ਬਚਦੀ ਹੈ ਤੇ ਉਸ ਉੱਤੇ
ਐਥਰੋਮਾ ਤੇ ਸੈੱਲਾਂ ਦਾ ਬਣਿਆ ਰੋਕਾ ਨਹੀਂ ਜੰਮ ਸਕਦਾ। ਐਥਰੋਮਾ ਤੇ ਕਲੌਟ ਹੀ ਹਾਰਟ ਅਟੈਕ ਦਾ ਕਾਰਨ ਬਣਦੇ ਹਨ। ਵੱਧਦੀ ਉਮਰ ਨਾਲ ਐਥਰੋਸਕਲੇਰੋਸਿਸ, ਨਾੜੀਆਂ ਦਾ ਸਖਤ ਹੋਣਾ ਤੇ ਫੈਲ ਨਾ ਸਕਣਾ ਸਦਕਾ ਮੌਤ ਹੋ ਸਕਦੀ ਹੈ, ਤੇ ਥੋਮ ਇਹਨੂੰ ਵਧੀਆ ਤਰੀਕੇ ਰੋਕਦਾ ਹੈ। ਥੋਮ ਵਿਚਲਾ ਐਜ਼ੋਇਨ ਸੈੱਲਾਂ ਨੂੰ ਜੁੜ ਕੇ ਕਲੌਟ ਵੀ ਨਹੀਂ ਬਣਨ ਦਿੰਦਾ ਤੇ ਪਲੇਟਲੈਟ ਸੈੱਲਾਂ ਨੂੰ ਚਿਪਕਣ ਤੋਂ ਰੋਕਦਾ ਹੈ। 10 ਸਾਲਾਂ ਦੀ ਲਗਾਤਾਰ ਕੀਤੀ ਖੋਜ ਤੋਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਥੋਮ ਨਾਲ ਬਲੱਡ ਪ੍ਰੈਸ਼ਰ ਵਧੀਆ ਤਰੀਕੇ ਘਟਦਾ ਹੈ। ਐਂਜੀਓਟੈਂਸਿਨ 2 ਜੋ ਨਾੜੀਆਂ ਭੀੜੀਆਂ ਕਰਕੇ ਬਲੱਡ ਪ੍ਰੈਸ਼ਰ ਵਧਾਉਂਦਾ ਹੈ, ਥੋਮ ਵਿਚਲੇ ਐਲੀਸਿਨ ਸਦਕਾ ਬੇਅਸਰ ਹੋ ਜਾਂਦਾ ਹੈ। ਸਿਰਫ ਇੱਕ ਇਹ ਅਸਰ ਹੀ ਨਹੀਂ, ਬਲਕਿ ਲਹੂ ਦੇ ਲਾਲ ਸੈੱਲਾਂ ਵਿੱਚ ਥੋਮ ਵਿਚਲਾ ਸਲਫਰ ਹਾਈਡਰੋਜਨ ਸਲਫਾਈਡ ਗੈਸ ਤਬਦੀਲ ਹੋ ਜਾਂਦਾ ਹੈ, ਜੋ ਲਹੂ ਦੀਆਂ ਨਾੜੀਆਂ ਖੋਲ੍ਹਣ 'ਚ ਮਦਦ ਕਰਦਾ ਹੈ ਤੇ ਬਲੱਡ ਪ੍ਰੈਸ਼ਰ ਘਟਾ ਦਿੰਦਾ ਹੈ। ਕਮਾਲ ਵੇਖੋ ਕਿ ਸਾਡੇ ਲਾਲ ਸੈੱਲ ਪ੍ਰੋਸੈਸਡ ਥੋਮ ਜਾਂ ਹੋਰ ਤਰੀਕੇ ਪੀਸੇ ਜਾਂ ਸੁਕਾਏ ਥੋਮ ਵਿੱਚੋਂ ਇਹ ਅਸਰ ਨਹੀਂ ਚੁੱਕਦੇ, ਬਲਕਿ ਤਾਜ਼ੇ ਖਾਧੇ ਥੋਮ ਵਿੱਚੋਂ ਹੀ ਗੈਸ ਬਣਾ ਸਕਦੇ ਹਨ। ਥੋਮ ਵਿਚਲੇ ਵਿਟਾਮਿਨ ਸੀ, ਵਿਟਾਮਿਨ B6, ਸੈਲੀਨੀਅਮ ਤੇ ਮੈਗਨੀਜ਼ ਵੀ ਦਿਲ ਵਾਸਤੇ ਵਧੀਆ ਸਾਬਤ ਹੋ ਚੁੱਕੇ ਹਨ। ਵਿਟਾਮਿਨ ਸੀ ਕੋਲੇਸਟ੍ਰੋਲ ਦੀ ਆਕਸੀਡੇਸ਼ਨ ਨਹੀਂ ਹੋਣ ਦਿੰਦਾ ਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ। ਥੋਮ ਵਿਚਲਾ ਵਿਟਾਮਿਨ B6 ਸਰੀਰ ਅੰਦਰ ਜਾ ਕੇ ਹੋਮੋਸਿਸਟੀਨ ਘਟਾ ਦਿੰਦਾ ਹੈ। ਹੋਮੋਸਿਸਟੀਨ ਲਹੂ ਦੀਆਂ ਰਗਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸੋ ਹੋਮੋਸਿਸਟੀਨ ਦੇ ਘਟਦੇ ਸਾਰ ਰਗਾਂ ਆਪਣੇ ਆਪ ਰੋਗ ਮੁਕਤ ਹੋ ਗਈਆਂ। ਸੈਲੀਨੀਅਮ ਜੋ ਥੋਮ ਵਿੱਚ ਕਾਫੀ ਮਾਤਰਾ 'ਚ ਹੈ, ਵਿਟਾਮਿਨ ਈ ਨਾਲ ਰਲ ਕੇ ਤਗੜੇ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ। ਖੋਜਾਂ ਨੇ ਸਾਬਤ ਕੀਤਾ ਹੈ ਕਿ ਜਿਨ੍ਹਾਂ ਦੇ ਸਰੀਰ ਵਿੱਚ ਮੈਗਨੀਜ਼ ਘੱਟ ਹੋਵੇ, ਉਹਨਾਂ ਲੋਕਾਂ ਦੇ ਸਰੀਰ ਅੰਦਰ ਚੰਗਾ ਕੋਲੇਸਟ੍ਰੋਲ HDL ਘਟ ਜਾਂਦਾ ਹੈ। ਥੋਮ ਵਿਚਲਾ ਮੈਗਨੀਜ਼ ਇਹ ਕਮੀ ਨਹੀਂ ਹੋਣ ਦਿੰਦਾ। ਸਰੀਰ ਅੰਦਰ ਸੋਜਿਸ਼ ਘਟਾਉਣ ਲਈ ਥੋਮ ਬਹੁਤ ਅਸਰਦਾਰ ਸਾਬਤ ਹੋ ਚੁੱਕਾ ਹੈ। ਪੱਠਿਆਂ ਤੇ ਫੇਫੜਿਆਂ ਦੇ ਕੰਮਕਾਰ ਉੱਤੇ ਹੋਈਆਂ ਖੋਜਾਂ, ਇਹ ਖੋਜ ਜਾਨਵਰਾਂ ਉੱਤੇ ਕੀਤੀ ਗਈ ਸੀ, ਵਿੱਚ ਸਾਬਤ ਹੋਇਆ ਕਿ ਸੋਜਿਸ਼ ਕਰਨ ਵਾਲੇ ਸੈੱਲ ਜੇ ਘਟ ਜਾਣ ਤਾਂ ਜੋੜਾਂ ਦੇ ਰੋਗ ਤੇ ਸਾਹ ਦੀਆਂ ਬਿਮਾਰੀਆਂ ਵੀ ਘੱਟ ਹੋ ਜਾਂਦੀਆਂ ਹਨ। ਮੋਟਾਪੇ ਨੂੰ ਘਟਾਉਣ 'ਚ ਥੋਮ ਦਾ ਕੋਈ ਸਿੱਧਾ ਰੋਲ ਹਾਲੇ ਤੱਕ ਨਹੀਂ ਲੱਭਿਆ, ਪਰ ਥੋਮ ਵਿਚਲੇ ਕੁਝ ਤੱਤ ਫੈਟ ਸੈੱਲ ਐਡੀਪੋਸਾਈਟ ਬਣਨ ਤੋਂ ਰੋਕਣ ਵਿੱਚ ਸਹਾਈ ਹੁੰਦੇ ਲੱਭੇ ਗਏ ਹਨ। ਥੋਮ ਵਿਚਲਾ ਐਜ਼ੋਇਨ ਕੀਟਾਣੂ ਮਾਰਨ 'ਚ ਲਾਜਵਾਬ ਅਸਰ ਵਿਖਾਉਂਦਾ ਹੈ। ਬੈਕਟੀਰੀਆ, ਵਾਇਰਸ, ਉੱਲੀ ਆਦਿ ਨੂੰ ਰੋਕਣ 'ਚ ਵਧੀਆ ਰੋਲ ਸਦਕਾ ਚਮੜੀ ਦੇ ਸੜ ਜਾਣ ਉੱਤੇ ਮਰੀਜ਼ ਨੂੰ ਤਾਜ਼ਾ ਕੱਚਾ ਥੋਮ ਖੁਆਉਣ ਨਾਲ ਸੂਡੋਮੋਨਾਜ਼ ਕੀਟਾਣੂਆਂ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ। ਬਹੁਤ ਤੇਜ਼ ਕੀਟਾਣੂਆਂ ਦੇ ਹਮਲੇ ਵਿੱਚ ਵੀ ਜਦੋਂ ਦਵਾਈਆਂ ਪੂਰਾ ਅਸਰ ਨਾ ਵਿਖਾ ਰਹੀਆਂ ਹੋਣ ਤਾਂ ਮਰੀਜ਼ ਨੂੰ ਦਵਾਈਆਂ ਦੇ ਨਾਲ ਥੋੜ੍ਹੀ ਮਾਤਰਾ 'ਚ ਤਾਜ਼ਾ ਥੋਮ ਰੋਜ਼ ਦੇ ਕੇ ਫਾਇਦਾ ਲਿਆ ਜਾ ਸਕਦਾ ਹੈ। ਢਿੱਡ ਅੰਦਰਲੇ ਅਲਸਰ ਕਰਨ ਵਾਲੇ ਕੀਟਾਣੂਆਂ ਨੂੰ ਮਾਰਨ 'ਚ ਥੋਮ ਦਾ ਕੋਈ ਰੋਲ ਹੈ ਜਾਂ ਨਹੀਂ, ਇਹ ਬਾਰੇ ਹਾਲੇ ਖੋਜਾਂ ਜਾਰੀ ਹਨ। ਜਿੱਥੋਂ ਤੱਕ ਕੈਂਸਰ ਤੋਂ ਬਚਾਓ ਦਾ ਸਵਾਲ ਹੈ, ਅੰਤੜੀਆਂ, ਕੋਲਨ ਤੇ ਰੈਕਟਲ, ਮੂੰਹ ਵਿੱਚ ਤੇ ਢਿੱਡ ਦੇ ਕੈਂਸਰ ਦਾ ਖਤਰਾ ਥੋਮ ਖਾਣ ਨਾਲ ਕਾਫੀ ਘਟ ਜਾਂਦਾ ਹੈ। ਖੋਜਾਂ ਦੇ ਨਤੀਜੇ ਦੱਸਦੇ ਹਨ ਕਿ ਇਹ ਅਸਰ ਤਾਜ਼ੇ ਥੋਮ ਨੂੰ ਕਈ ਮਹੀਨੇ ਲਗਾਤਾਰ ਖਾਣ ਨਾਲ ਹੀ ਦਿਸਦਾ ਹੈ। ਛਾਤੀ ਤੇ ਫੇਫੜਿਆਂ ਦੇ ਕੈਂਸਰ ਨੂੰ ਘਟਾਉਣ 'ਚ ਥੋਮ ਦਾ ਜ਼ਿਆਦਾ ਰੋਲ ਨਹੀਂ ਹੈ। ਚੀਨ ਵਿੱਚ ਹੋਈ ਇੱਕ ਖੋਜ ਵਿੱਚ ਲਗਾਤਾਰ ਥੋਮ ਖਾਣ ਸਦਕਾ ਗਦੂਦ ਦੇ ਕੈਂਸਰ ਹੋਣ ਦਾ ਖਤਰਾ 50% ਘਟ ਗਿਆ ਦਿਸਿਆ, ਜਦਕਿ ਅਮਰੀਕਾ ਵਿੱਚ ਹੋਈ ਖੋਜ ਵਿੱਚ ਥੋਮ ਇੰਨਾ ਅਸਰਦਾਰ ਨਹੀਂ ਦਿਸਿਆ। ਚਮੜੀ ਉੱਤੇ ਉਭਰੇ ਵਾਟ ਲਈ ਥੋਮ ਬਹੁਤ ਅਸਰਦਾਰ ਸਾਬਤ ਹੋਇਆ। 1 ਤੋਂ 2 ਹਫ਼ਤੇ ਲਗਾਤਾਰ ਰੋਜ਼ 2 ਵਾਰ ਥੋਮ ਦੀ ਪੇਸਟ ਲਾ ਕੇ ਨਿੱਕੇ ਮੋਟੇ ਵਾਟ ਤਾਂ ਝੜ ਜਾਂਦੇ ਹਨ, ਪਰ ਵੱਡਿਆਂ ਵਾਟ ਦੇ ਝੜਨ 'ਚ 1.5 ਮਹੀਨਾ ਤੱਕ ਲੱਗ ਸਕਦਾ ਹੈ। ਚਮੜੀ ਉੱਤੇ ਉੱਲੀ, ਪੈਰਾਂ ਦੀਆਂ ਉਂਗਲੀਆਂ ਵਿਚਲੇ ਕੀਟਾਣੂ, ਰਿੰਗਵਰਮ ਆਦਿ ਵਿੱਚ ਤਾਂ ਦਵਾਈਆਂ ਨਾਲੋਂ ਵੱਧ ਅਸਰ ਕੱਚੇ ਥੋਮ ਦੀ ਪੇਸਟ ਲਾਉਣ ਨਾਲ ਹੀ ਦਿਸ ਪੈਂਦਾ ਹੈ। ਇਹ ਅਸਰ ਵੀ ਥੋਮ ਵਿਚਲੇ ਐਜ਼ੋਇਨ ਸਦਕਾ ਹੈ। ਜੇ 5 ਮਹੀਨੇ ਲਗਾਤਾਰ ਥੋਮ ਖਾਧਾ ਜਾਵੇ ਤਾਂ ਖਟਮਲ ਆਦਿ ਕੀਟਾਣੂ ਛੇਤੀ ਕੀਤਿਆਂ ਜਿਹੇ ਬੰਦੇ ਨੂੰ ਕੱਟਦੇ ਨਹੀਂ। ਪੈਰਾਂ ਥੱਲੇ ਹੋਈਆਂ ਗੰਢਾਂ ਉੱਤੇ ਥੋਮ ਦੀ ਪੇਸਟ ਲਾਉਣ ਨਾਲ ਫਾਇਦਾ ਲਿਆ ਜਾ ਸਕਦਾ ਹੈ। ਪਿੱਛੇ ਜੇ ਹੋਈਆਂ ਖੋਜਾਂ ਸਾਬਤ ਇਹ ਵੀ ਕਰ ਰਹੀਆਂ ਹਨ ਕਿ ਸਰੀਰ ਅੰਦਰ ਲੋਹ ਕਣਾਂ ਦਾ ਅਸਰ ਵਧਾਉਣ ਵਿੱਚ ਵੀ ਥੋਮ ਕਮਾਲ ਦਾ ਅਸਰ ਵਿਖਾਉਂਦਾ ਹੈ, ਕਿਉਂਕਿ ਇਹ ਫੈਰੋ ਪ੍ਰੋਟੀਨ ਵਧਾ ਦਿੰਦਾ ਹੈ। ਇੰਨੇ ਸਾਰੇ ਫਾਇਦੇ ਵੇਖਦੇ ਹੋਏ ਝਟਪਟ ਫੱਕੇ ਮਾਰ ਕੇ ਥੋਮ ਨਹੀਂ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ, ਕਿਉਂਕਿ ਇਹਦੀ ਵਾਧੂ ਵਰਤੋਂ ਨਾਲ ਕਈਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਬੇਲੋੜਾ ਖਾਣ ਨਾਲ ਸਰਜਰੀ ਤੋਂ ਬਾਅਦ ਲਹੂ ਜ਼ਿਆਦਾ ਦੇਰ ਵਗਦਾ ਰਹਿ ਸਕਦਾ ਹੈ, ਸੋ ਆਪਰੇਸ਼ਨ ਕਰਵਾਉਣ ਤੋਂ 2 ਹਫ਼ਤਾ ਪਹਿਲਾਂ ਥੋਮ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।
ਬਹੁਤ ਜ਼ਿਆਦਾ ਥੋਮ ਦੀ ਪੇਸਟ ਚਮੜੀ ਉੱਤੇ ਲਾਉਣ ਨਾਲ ਚਮੜੀ ਉੱਤੇ ਸੜੇ ਹੋਏ ਵਾਂਗ ਅਸਰ ਦਿਸਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਥੋਮ ਖਾਣ ਨਾਲ ਜੀ ਕੱਚਾ ਹੋਣਾ, ਟੱਟੀਆਂ ਲੱਗਣੀਆਂ, ਉਲਟੀ ਆਉਣੀ ਆਦਿ ਹੋ ਸਕਦੀ ਹੈ। ਟੀਬੀ ਦੀ ਦਵਾਈ ਆਈਸੋਨਾਇਆਜ਼ਿਡ, ਗਰਭ ਰੋਕੂ ਗੋਲੀਆਂ, ਏਡਜ਼ ਦੀਆਂ ਦਵਾਈਆਂ, ਦਰਦ ਦੀਆਂ ਦਵਾਈਆਂ, ਥਿਓਫਾਈਲਿਨ, ਮੱਛੀ ਦਾ ਤੇਲ, ਸਟੇਰਾਇਡ ਆਦਿ ਖਾਂਦੇ ਹੋਏ ਥੋਮ ਦੀ ਵਰਤੋਂ ਘਟਾ ਦੇਣੀ ਠੀਕ ਰਹਿੰਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕਿੰਨਾ ਥੋਮ ਖਾਧਾ ਜਾਵੇ। ਬਲੱਡ ਪ੍ਰੈਸ਼ਰ ਦੇ ਰੋਗੀਆਂ ਲਈ ਥੋਮ ਵਰਦਾਨ ਸਾਬਤ ਹੋ ਚੁੱਕਿਆ। ਸੋ ਪਹਿਲਾਂ ਉਸੇ ਰੋਗ ਦੀ ਗੱਲ ਕਰੀਏ। ਬਲੱਡ ਪ੍ਰੈਸ਼ਰ ਦੇ ਰੋਗ 'ਚ ਦਿਨ 'ਚ 3 ਵਾਰ 200 ਮਿਲੀਗ੍ਰਾਮ ਥੋਮ ਪੀਸ ਕੇ ਜਾਂ ਹਲਕਾ ਰਿੰਨ ਕੇ ਖਾਣਾ ਠੀਕ ਰਹਿੰਦਾ ਹੈ। ਜੇ ਇੰਨਾ ਨਾ ਖਾਧਾ ਜਾ ਸਕੇ ਤਾਂ ਬਲੱਡ ਪ੍ਰੈਸ਼ਰ ਘਟਾਉਣ ਲਈ ਥੋਮ ਦਾ ਪਾਊਡਰ ਥੋੜ੍ਹੀ ਮਾਤਰਾ ਵਿੱਚ ਵੀ ਵਰਤਿਆ ਜਾ ਸਕਦਾ ਹੈ। ਥੋਮ ਦਾ ਪੂਰਾ ਅਸਰ ਲੈਣ ਲਈ ਇਹਦੀ ਵਰਤੋਂ ਬਾਰੇ ਪੂਰਾ ਪਤਾ ਹੋਣਾ ਜ਼ਰੂਰੀ ਹੈ। ਥੋਮ ਨੂੰ ਸਬਜ਼ੀਆਂ ਦਾਲਾਂ 'ਚ ਪਾਉਣ ਲੱਗਿਆਂ ਮੱਧਮ ਅੱਗ ਉੱਤੇ ਭੁੰਨਣਾ ਚਾਹੀਦਾ ਹੈ, ਨਹੀਂ ਤਾਂ ਇਹਦੇ ਵਧੀਆ ਤੱਤ ਖਤਮ ਹੋ ਜਾਂਦੇ ਹਨ। ਸਬਜ਼ੀ ਬਣਾਉਣ ਲੱਗਿਆਂ ਵੀ ਸਬਜ਼ੀ ਬਣਨ ਦੇ ਨੇੜੇ ਤੇੜੇ ਅਖੀਰ ਵਿੱਚ ਹੀ ਕੜਾਹੀ ਜਾਂ ਮਾਈਕ੍ਰੋਵੇਵ 'ਚ ਥੋਮ ਪਾਉਣਾ ਚਾਹੀਦਾ ਹੈ। ਸੂਪ ਜਾਂ ਅਚਾਰ ਵਿੱਚ ਵੀ ਇਹਨੂੰ ਵਰਤਿਆ ਜਾ ਸਕਦਾ ਹੈ। ਅੰਤ ਵਿੱਚ ਇਹ ਧਿਆਨ ਦਿਵਾ ਦਿਆਂ ਕਿ ਅੱਜ ਕੱਲ੍ਹ ਦੀ ਤੇਜ਼ ਤਰਾਰ ਜ਼ਿੰਦਗੀ 'ਚ ਅਸੀਂ ਹਰ ਚੀਜ਼ ਦਾ ਹੱਲ ਮਿੰਟਾਂ ਸਕਿੰਟਾਂ 'ਚ ਭਾਲਦੇ ਹਾਂ। ਥੋਮ ਕੋਈ ਜਾਦੂਈ ਚੀਜ਼ ਨਹੀਂ ਹੈ, ਬਲਕਿ ਕੁਦਰਤੀ ਸੁਗਾਤ ਹੈ, ਜਿਹਨੂੰ ਸਹੀ ਤਰੀਕੇ ਨਾਲ ਰੋਜ਼ ਵਰਤੋਂ ਵਿੱਚ ਲਿਆਇਆ ਜਾਏ ਤਾਂ ਸਰੀਰ ਰੋਗ ਮੁਕਤ ਕਰਨ ਦੀ ਤਾਕਤ ਰੱਖਦਾ ਹੈ, ਖਾਸ ਕਰ ਦਿਲ ਤੇ ਚਮੜੀ ਵਾਸਤੇ। ਸੋ ਅੱਗੋਂ ਤੋਂ ਜਦੋਂ ਵੀ ਦਿਲ ਦਾ ਮਾਮਲਾ ਗੜਬੜ ਹੁੰਦਾ ਜਾਪੇ ਤਾਂ ਸਭ ਤੋਂ ਪਹਿਲਾਂ ਥੋਮ ਨੂੰ ਯਾਦ ਕਰ ਲਿਓ। ਅਗਲਾ ਲੇਖ ਹੈ ਪੁਦੀਨਾ। ਮੇਰੇ ਪਾਪਾ ਜੀ ਨੂੰ ਭੇਂ ਤੇ ਕੁਆਰ ਗੰਦਲ ਦੀ ਸਬਜ਼ੀ ਬਹੁਤ ਸਵਾਦ ਲੱਗਦੀ ਸੀ। ਜਿਸ ਦਿਨ ਇਹ ਬਣਦੀ ਮੇਰੇ ਵਾਸਤੇ ਉਸ ਦਿਨ ਭੁੱਖ ਹੜਤਾਲ ਦਾ ਦਿਨ ਹੁੰਦਾ ਸੀ, ਕਿਉਂਕਿ ਮੈਨੂੰ ਇਹ ਦੋਵੇਂ ਉੱਕਾ ਹੀ ਪਸੰਦ ਨਹੀਂ ਸਨ। ਮੇਰੇ ਮੰਮੀ ਨੂੰ ਮੈਨੂੰ ਮਨਾਉਣ ਦਾ ਵੱਲ ਆਉਂਦਾ ਸੀ। ਇਸੇ ਲਈ ਜਦੋਂ ਪਾਪਾ ਜੀ ਲਈ ਇਹਨਾਂ ਵਿੱਚੋਂ ਕੋਈ ਇੱਕ ਸਬਜ਼ੀ ਬਣਦੀ ਤਾਂ ਮੇਰੇ ਲਈ ਪਰਾਂਠਾ ਅਤੇ ਪੁਦੀਨੇ ਦੀ ਚਟਨੀ ਜ਼ਰੂਰ ਬਣ ਜਾਂਦੀ ਸੀ। ਉਦੋਂ ਛੋਟੀ ਉਮਰੇ ਖੁਰਾਕ ਵਿਚਲੇ ਲੋੜੀਂਦੇ ਤੱਤਾਂ ਬਾਰੇ ਜਾਣਕਾਰੀ ਤਾਂ ਹੁੰਦੀ ਨਹੀਂ ਸੀ। ਸਿਰਫ ਸਵਾਦ ਨਾਲ ਤਲਕ ਰੱਖਦੀਆਂ ਚੀਜ਼ਾਂ ਹੀ ਖਾਣ ਨੂੰ ਜੀ ਕਰਦਾ ਸੀ। ਇਸੇ ਲਈ ਨਿੱਕੇ ਹੁੰਦਿਆਂ ਤੋਂ ਮਨ 'ਚ ਪੱਕ ਗਿਆ ਕਿ ਪੁਦੀਨੇ ਦੀ ਚਟਨੀ ਬਹੁਤ ਸਵਾਦ ਹੁੰਦੀ ਹੈ। ਫਿਰ ਥੋੜ੍ਹਾ ਵੱਡੇ ਹੋ ਜਾਣ 'ਤੇ ਪੁਦੀਨ ਹਰਾ ਬਾਰੇ ਸੁਣਿਆ। ਜਦੋਂ ਢਿੱਡ ਪੀੜ ਹੁੰਦੀ ਤਾਂ ਮੰਮੀ ਹਮੇਸ਼ਾ ਇਹੀ ਦੇ ਦਿੰਦੇ ਤੇ ਮੈਂ ਠੀਕ ਹੋ ਜਾਂਦੀ। ਮੈਨੂੰ ਤਾਂ ਯਾਦ ਨਹੀਂ ਕਿ ਕਦੇ ਮੈਂ ਬਚਪਨ 'ਚ ਢਿੱਡ ਪੀੜ ਲਈ ਕੋਈ ਗੋਲੀ ਖਾਧੀ ਵੀ ਹੈ। ਡਾਕਟਰੀ ਪੜ੍ਹਦੇ ਹੋਏ ਮੈਂ ਇੱਕ ਵਾਰ ਮੰਮੀ ਪਾਪਾ ਨਾਲ ਪਿੰਡ ਗਈ ਤਾਂ ਉੱਥੇ ਖੇਤਾਂ 'ਚ ਮੈਨੂੰ ਬਾਂਹ ਉੱਤੇ ਕਾਫੀ ਮੱਛਰ ਲੜ ਗਏ। ਬਹੁਤ ਖੁਰਕ ਹੋ ਰਹੀ ਸੀ। ਉੱਥੇ ਇੱਕ ਬਜ਼ੁਰਗ ਨੇ ਝੱਟ ਨੇੜੇ ਉੱਗਿਆ ਪੁਦੀਨਾ ਪੁੱਟਿਆ ਤੇ 2 ਵੱਟਿਆਂ ਵਿੱਚ ਰਗੜ ਕੇ ਮੇਰੇ ਨਾ ਕਰਦਿਆਂ ਵੀ ਮੇਰੀ ਬਾਂਹ 'ਤੇ ਮਲ ਦਿੱਤਾ। ਕਮਾਲ ਹੀ ਹੋ ਗਿਆ। ਕੁਝ ਪਲਾਂ ਵਿੱਚ ਹੀ ਠੰਡਕ ਮਹਿਸੂਸ ਹੋਣ ਲੱਗੀ ਤੇ ਖੁਰਕ ਵੀ ਹੌਲੀ ਹੌਲੀ ਬੰਦ ਹੋ ਗਈ। ਉਸੇ ਰਾਤ ਇੱਕ ਹੋਰ ਕਮਾਲ ਹੋਇਆ। ਜਿਨ੍ਹਾਂ ਦੇ ਘਰ ਰੁਕੇ ਸੀ ਉਹਨਾਂ ਨੂੰ ਸਿਰ ਦਰਦ ਤੇ ਜ਼ੁਕਾਮ ਹੋ ਗਿਆ, ਨਾਲ ਹੀ ਉਲਟੀ ਵੀ ਆ ਗਈ। ਕੋਈ ਦਵਾਈ ਲੈਣ ਦੀ ਥਾਂ ਉਹਨਾਂ ਨੇ ਪਾਣੀ 'ਚ ਪੁਦੀਨਾ ਉਬਾਲ ਕੇ ਨਾਲ ਅਦਰਕ ਤੇ ਸ਼ਹਿਦ ਲੈ ਲਿਆ ਤੇ ਸੌਂ ਗਏ। ਸਵੇਰੇ ਉੱਠੇ ਤਾਂ ਉਹ ਬਿਲਕੁਲ ਠੀਕ ਸਨ। ਇਸ ਤੋਂ ਮੈਨੂੰ ਬਹੁਤ ਹੈਰਾਨੀ ਹੋਈ ਕਿ ਪੁਦੀਨਾ ਕਿੰਨਾ ਜ਼ਿਆਦਾ ਗੁਣਕਾਰੀ ਹੈ। ਸਿਰ ਦਰਦ, ਜ਼ੁਕਾਮ, ਕੀੜੇ ਲੜੇ ਉਤਲੇ ਖੁਰਕ, ਢਿੱਡ ਪੀੜ ਆਦਿ ਵਾਸਤੇ ਉਹਦੇ ਫਾਇਦੇ ਤਾਂ ਮੈਂ ਪ੍ਰਤੱਖ ਵੇਖ ਕੇ ਅਜ਼ਮਾ ਚੁੱਕੀ ਸੀ। ਮੈਨੂੰ ਕੌਤੂਹਲ ਹੋਇਆ ਕਿ ਇਹਦੇ ਹੋਰ ਫਾਇਦੇ ਵੀ ਜ਼ਰੂਰ ਲੱਭਣੇ ਚਾਹੀਦੇ ਹਨ। 12ਵੀਂ ਵਿੱਚ ਮੈਂ ਪੜ੍ਹ ਚੁੱਕੀ ਸੀ ਕਿ ਇਹਦਾ ਬੋਟੈਨੀਕਲ ਨਾਮ ਮੈਂਥਾ ਆਰਵੈਨੇਸਿਸ ਹੈ। ਕਮਾਲ ਤਾਂ ਇਹ ਹੈ ਕਿ ਇਹਦਾ ਪੂਰਾ ਦਾ ਪੂਰਾ ਬੂਟਾ ਹੀ ਵਰਤਿਆ ਜਾਂਦਾ ਹੈ ਤੇ ਇਹਦਾ ਤੇਲ ਵੀ। ਇਹਦੀਆਂ 13 ਤੋਂ 18 ਕਿਸਮਾਂ ਯੂਰਪ, ਅਫਰੀਕਾ, ਏਸ਼ੀਆ, ਆਸਟ੍ਰੇਲੀਆ ਤੇ ਨਾਰਥ ਅਮਰੀਕਾ 'ਚ ਮਿਲਦੀਆਂ ਹਨ। ਦੁਨੀਆ ਭਰ 'ਚ ਆਮ ਤੌਰ ਉੱਤੇ ਤਾਜ਼ਾ ਪੁਦੀਨਾ ਸੁੱਕੇ ਪੁਦੀਨੇ ਤੋਂ ਵੱਧ ਵਰਤਿਆ ਜਾਂਦਾ ਹੈ, ਕਿਉਂਕਿ ਇਹਦੇ ਪੱਤਿਆਂ ਵਿੱਚੋਂ ਇੰਨੀ ਨਿੱਘੀ ਤੇ ਪਿਆਰੀ ਦਿਮਾਗ ਨੂੰ ਹਲੂਣ ਦੇਣ ਵਾਲੀ ਖੁਸ਼ਬੂ ਨਿਕਲਦੀ ਹੈ ਕਿ ਢਿੱਡ ਅੰਦਰਲੇ ਰਸਾਂ ਨੂੰ ਵੀ ਵਧਾ ਦਿੰਦੀ ਹੈ। ਇਹਨੂੰ ਖਾਣ ਤੋਂ ਬਾਅਦ ਤਾਂ ਮੂੰਹ ਅੰਦਰ ਠੰਡਕ ਦਾ ਮਹਿਸੂਸ ਹੋਣਾ ਹੀ ਇਹਨੂੰ ਬਾਰ-ਬਾਰ ਖਾਣ 'ਤੇ ਮਜਬੂਰ ਕਰ ਦਿੰਦਾ ਹੈ। ਸਿਰਫ ਚਟਨੀ ਨਹੀਂ, ਇਹਨੂੰ ਚਾਹ, ਸ਼ਰਾਬ, ਜੈਲੀ, ਠੰਡੇ ਮਿੱਠੇ, ਟੌਫੀਆਂ, ਆਈਸਕ੍ਰੀਮ ਤੇ ਸਿਗਰਟ, ਜਿਸ 'ਚ ਗਲੇ ਨੂੰ ਠੰਡਕ ਦੇਣ ਤੇ ਮੂੰਹ ਅੰਦਰੋਂ ਤੰਬਾਕੂ ਦੀ ਬਦਬੂ ਤੇ ਕੜਵਾਹਟ ਹਟਾਉਣ ਲਈ ਵਰਤਿਆ ਜਾ ਰਿਹਾ ਵਿੱਚ ਪਾਇਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿੱਚ ਭੇਡ ਦੇ ਮੀਟ ਨਾਲ ਪੁਦੀਨੇ ਦੀ ਚਟਨੀ ਖਾਣੀ ਲਜ਼ੀਜ਼ ਸਮਝੀ ਜਾਂਦੀ ਹੈ। ਖੁਸ਼ਬੂ ਸਦਕਾ ਯੂਰਪ ਵਿੱਚ ਤਾਂ ਪੁਦੀਨਾ ਕਮਰੇ ਅੰਦਰਲੀ ਹਵਾ ਮਹਿਕਾਉਣ ਲਈ ਵਰਤਿਆ ਜਾ ਰਿਹਾ ਤੇ ਅਜਿਹੀ ਐਰੋਮਾ ਥੈਰੇਪੀ ਤਹਿਤ ਅਰਬਾਂ ਰੁਪਏ ਦਾ ਕਾਰੋਬਾਰ ਦੁਨੀਆ ਭਰ 'ਚ ਚੱਲ ਰਿਹਾ ਹੈ। ਇਸ ਐਰੋਮਾ ਥੈਰੇਪੀ ਵਿੱਚ ਥਕਾਨ ਮਿਟਾਉਣ ਤੇ ਤਰੋ ਤਾਜ਼ਾ ਬਣੇ ਰਹਿਣ ਲਈ, ਸਿਰ ਦਰਦ ਤੇ ਛਾਤੀ ਦੇ ਦਰਦ ਨੂੰ ਘਟਾ ਕੇ ਆਰਾਮ ਦਿਵਾਉਣ ਲਈ
ਹਲਕੀ ਮਾਲਿਸ਼ ਤੇ ਪੁਦੀਨੇ ਦੀ ਖੁਸ਼ਬੂ ਦੀ ਵਰਤੋਂ ਨਾਲ ਅਮੀਰ ਬੰਦਿਆਂ ਦੀ ਜੇਬ ਬੜੀ ਖੂਬਸੂਰਤੀ ਨਾਲ ਖਾਲੀ ਕੀਤੀ ਜਾਂਦੀ ਹੈ। ਖੈਰ, ਗੱਲ ਕਰੀਏ ਇਨਸਾਨੀ ਸਰੀਰ ਅੰਦਰਲੀਆਂ ਕਿਹੜੀਆਂ ਤਕਲੀਫਾਂ ਲਈ ਪੁਦੀਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਤੇ ਕਿਹੜੀਆਂ ਦਵਾਈਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਪੁਦੀਨੇ ਤੋਂ ਬਣੇ ਮੈਂਥਲ ਤੇਲ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ 'ਚ ਵੀ ਪਾ ਲਿਆ ਗਿਆ ਹੈ, ਖਾਸ ਕਰ ਸਿਰ ਦਰਦ ਲਈ ਲਾਇਆ ਜਾ ਰਿਹਾ ਬਾਮ। ਪੁਦੀਨੇ ਦੇ ਗੁਣਕਾਰੀ ਤੱਤ: ਪਹਿਲਾ, ਇਹ ਕੀਟਾਣੂ ਮਾਰਦਾ ਹੈ, ਐਂਟੀ ਬੈਕਟੀਰੀਅਲ। ਦੂਜਾ, ਬੁਖਾਰ ਠੀਕ ਕਰਦਾ ਹੈ। ਤੀਜਾ, ਇਹਦਾ ਤੇਲ ਮੱਥੇ ਤੇ ਲਾਉਣ ਨਾਲ ਠੰਡਕ, ਹਲਕਾ ਸੁੰਨ ਜਿਹਾ ਮਹਿਸੂਸ ਹੋਣ ਸਦਕਾ ਸਿਰ ਪੀੜ ਨੂੰ ਆਰਾਮ ਮਿਲਦਾ ਹੈ। ਚੌਥਾ, ਢਿੱਡ ਪੀੜ ਠੀਕ ਹੁੰਦੀ ਹੈ, ਇਸ ਲਈ ਸੁੱਕੇ ਪੁਦੀਨੇ ਨੂੰ ਪਾਣੀ 'ਚ ਉਬਾਲ ਕੇ ਫਿਰ ਠੰਡਾ ਕਰਕੇ ਪੀਣਾ ਚਾਹੀਦਾ ਹੈ। ਇਸ ਚਾਹ ਨੂੰ ਮੌਨਸਟਰੇਂਜੋ ਕਹਿੰਦੇ ਹਨ। ਪੰਜਵਾਂ, ਜ਼ੁਕਾਮ, ਖੰਘ, ਗਲਾ ਦਰਦ ਦੌਰਾਨ ਬੰਦ ਨੱਕ ਖੋਲ੍ਹ ਕੇ ਗਲੇ ਨੂੰ ਆਰਾਮ ਦਿੰਦਾ ਹੈ, ਛਾਤੀ ਦੀ ਪੀੜ ਠੀਕ ਕਰਦਾ ਹੈ। ਛੇਵਾਂ, ਉਲਟੀਆਂ 'ਚ ਬਹੁਤ ਅਸਰਦਾਰ ਹੈ। ਪਾਣੀ 'ਚ ਕੁਝ ਪੱਤੀਆਂ ਉਬਾਲ ਕੇ ਥੋੜ੍ਹਾ ਥੋੜ੍ਹਾ ਕਰਕੇ ਹੌਲੀ ਹੌਲੀ ਪੀਣ ਨਾਲ ਉਲਟੀਆਂ ਰੁਕ ਜਾਂਦੀਆਂ ਹਨ। ਸੱਤਵਾਂ, ਹਾਜ਼ਮਾ ਠੀਕ ਕਰਦਾ ਹੈ। ਅੱਠਵਾਂ, ਪੁਦੀਨੇ ਦੇ ਪੱਤਿਆਂ ਦੀ ਪੇਸਟ ਦੰਦਾਂ 'ਤੇ ਰਗੜਨ ਨਾਲ ਦੰਦ ਚਿੱਟੇ ਹੋ ਜਾਂਦੇ ਹਨ। ਪੁਰਾਣੇ ਸਮਿਆਂ 'ਚ ਦੰਦਾਂ ਨੂੰ ਚਿੱਟਾ ਕਰਨ ਲਈ ਇਹੀ ਵਰਤਦੇ ਹੁੰਦੇ ਸਨ। ਨੌਵਾਂ, ਮੂੰਹ ਦੀ ਬਦਬੂ ਹਟਾਉਣ ਲਈ ਕਾਰਗਰ ਸਾਬਤ ਹੋਇਆ। 10ਵਾਂ, ਪੁਦੀਨੇ ਦੀ ਚਾਹ ਪੀਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਣ ਲੱਗ ਪੈਂਦਾ ਹੈ। 11ਵਾਂ, ਕੀੜੇ ਜਾਂ ਮੱਛਰ ਲੜੇ ਉੱਤੇ ਹੋ ਰਹੀ ਖੁਰਕ ਨੂੰ ਆਰਾਮ ਦਿੰਦਾ ਹੈ। 12ਵਾਂ, ਇਸ ਨਾਲ ਸਿਰ ਨਹਾਉਣ ਨਾਲ ਵਾਲਾਂ ਦੀਆਂ ਜੜ੍ਹਾਂ ਤਗੜੀਆਂ ਹੁੰਦੀਆਂ ਹਨ ਤੇ ਸਿਰ ਹਲਕਾ ਜਿਹਾ ਮਹਿਸੂਸ ਹੋਣ ਲੱਗ ਪੈਂਦਾ ਹੈ। ਇਸੇ ਲਈ ਹੁਣ ਇਹ ਕਈ ਤਰ੍ਹਾਂ ਦੇ ਸਿਰ ਨਹਾਉਣ ਵਾਲੇ ਸ਼ੈਂਪੂਆਂ 'ਚ ਵਰਤਿਆ ਜਾਣ ਲੱਗ ਪਿਆ। 13ਵਾਂ, ਸਿਗਰਟ ਪੀਣ ਵਾਲਿਆਂ ਦੇ ਮੂੰਹ ਅੰਦਰਲੀ ਬਦਬੂ ਤੇ ਕੌੜਾ ਸਵਾਦ ਠੀਕ ਕਰ ਦਿੰਦਾ ਹੈ। 14ਵਾਂ, ਰੋਮ ਵਿੱਚ ਤਾਂ ਪੜ੍ਹਾਈ ਤੋਂ ਥਕਾਵਟ ਮਹਿਸੂਸ ਕਰ ਰਹੇ ਬੱਚਿਆਂ ਦੇ ਕਮਰੇ ਵਿੱਚ ਪੁਦੀਨੇ ਦੇ ਗਮਲੇ ਰਖਵਾਉਣ ਨਾਲ ਉਹ ਤਰੋ ਤਾਜ਼ਾ ਹੋ ਕੇ ਜ਼ਿਆਦਾ ਦੇਰ ਤੱਕ ਪੜ੍ਹਦੇ ਵੇਖੇ ਗਏ ਸਨ। ਇਸੇ ਲਈ ਹੁਣ ਤੱਕ ਥਕਾਨ ਨੂੰ ਦੂਰ ਕਰਨ ਲਈ ਇਹਦੀ ਖੁਸ਼ਬੂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਦਿਮਾਗ ਨੂੰ ਕਾਫੀ ਚਿਰ ਤਰੋ ਤਾਜ਼ਾ ਰੱਖਦੀ ਹੈ। 15ਵਾਂ, ਔਰਤਾਂ ਲਈ ਵਰਤੀਆਂ ਜਾ ਰਹੀਆਂ ਕੁਝ ਮਹਿੰਗੀਆਂ ਲਿਪਸਟਿਕਾਂ ਵਿੱਚ ਵੀ ਪੁਦੀਨਾ ਪਾਇਆ ਜਾਣ ਲੱਗ ਪਿਆ, ਕਿਉਂਕਿ ਬੁੱਲ੍ਹਾਂ ਨੂੰ ਆਰਾਮ ਮਹਿਸੂਸ ਕਰਵਾਉਂਦਾ ਹੈ ਤੇ ਹਲਕਾ ਸੁੰਨ ਜਿਹਾ ਕਰਨ ਦੇ ਨਾਲ ਠੰਡਕ ਵੀ ਦਿੰਦਾ ਹੈ। 16ਵਾਂ, ਪਰਫਿਊਮ ਵਿੱਚ ਵੀ ਇਹਦੀ ਵਰਤੋਂ ਮੂਡ ਠੀਕ ਕਰਨ ਤੇ ਦਿਮਾਗ ਨੂੰ ਸ਼ਾਂਤ ਕਰਨ ਲਈ ਕੀਤੀ ਜਾ ਰਹੀ ਹੈ। 17ਵਾਂ, ਘਰਾਂ 'ਚ ਗਮਲਿਆਂ ਵਿੱਚ ਲਾਉਣ ਨਾਲ ਇਹ ਕੀੜੇ ਪਰਾਂ ਧੱਕਦਾ ਹੈ ਤੇ ਚੰਗੇ ਕੀਟਾਣੂਆਂ ਨੂੰ ਨੇੜੇ ਖਿੱਚਦਾ ਹੈ, ਜਿਸ ਨਾਲ ਆਸ-ਪਾਸ ਦੀ ਹਵਾ ਕੀਟਾਣੂਆਂ ਰਹਿਤ ਹੋ ਜਾਂਦੀ ਹੈ। ਕਾਕਰੋਚ ਤੇ ਕੀੜੀਆਂ ਨੂੰ ਵੀ ਘਰਾਂ ਅੰਦਰ ਵੜਨ ਤੋਂ ਰੋਕਦਾ ਹੈ। ਕੁਝ ਹੱਦ ਤੱਕ ਭੂੰਡ ਵੀ ਇਹਦੀ ਖੁਸ਼ਬੂ ਦੀ ਹੱਦ ਤੋਂ ਪਰਾਂ ਹੀ ਰਹਿੰਦੇ ਹਨ। 18ਵਾਂ, ਭੁੱਖ ਮਰ ਚੁੱਕੀ ਹੋਵੇ ਤਾਂ ਪੁਦੀਨੇ ਤੇ ਧਨੀਏ ਦੀ ਚਟਨੀ ਬਣਾ ਕੇ ਦੇਣ ਨਾਲ ਢਿੱਡ ਵੀ ਖਾਣੇ ਦੀ ਮੰਗ ਕਰਨ ਲੱਗ ਪੈਂਦਾ ਹੈ। 19ਵਾਂ, ਸ਼ਰਾਬ ਪੀਣ ਵਾਲਿਆਂ ਦੀ ਢਿੱਡ ਅੰਦਰ ਲੱਗਦੀ ਅੱਗ ਨੂੰ ਸ਼ਾਂਤ ਕਰਦਾ ਹੈ ਤੇ ਮੂੰਹ ਅੰਦਰੋਂ ਆ ਰਹੀ ਬਦਬੂ ਦੂਰ ਕਰਦਾ ਹੈ। ਇੰਨੇ ਫਾਇਦੇ ਵੇਖਣ ਬਾਅਦ ਕੋਈ ਵਿਰਲਾ ਹੀ ਇਹਨੂੰ ਖਾਧੇ ਬਗੈਰ ਰਹਿ ਸਕਦਾ ਹੈ। ਪਰ ਜਿਵੇਂ ਹਰ ਚੰਗੀ ਚੀਜ਼ ਨਾਲ ਮਾੜੀ ਚੀਜ਼ ਉਂਝ ਹੀ ਜੁੜੀ ਹੁੰਦੀ ਹੈ, ਜਿਵੇਂ ਸਿੱਕੇ ਦੇ ਦੋ ਪਾਸੇ, ਉਸੇ ਤਰ੍ਹਾਂ ਪੁਦੀਨੇ ਦੇ ਮਾੜੇ ਅਸਰ ਵੀ ਬਹੁਤ ਹਨ। ਜਿਨ੍ਹਾਂ ਨੂੰ ਪੁਦੀਨੇ ਤੋਂ ਐਲਰਜੀ ਹੋਵੇ ਉਹਨਾਂ ਨੂੰ ਖਾਣ ਤੱਕ ਹੀ ਇਹਦੀ ਖੁਸ਼ਬੂ ਨਾਲ ਵੀ ਜਾਨ ਤੇ ਬਣ ਆਉਂਦੀ ਹੈ। ਕਈਆਂ ਨੂੰ ਹਲਕੀ ਢਿੱਡ ਪੀੜ ਜਾਂ ਸਿਰ ਪੀੜ ਹੁੰਦੀ ਹੈ, ਪਰ ਕਈਆਂ ਨੂੰ ਢਿੱਡ 'ਚ ਕੜਵੱਲ, ਟੱਟੀਆਂ, ਤਿੱਖੀ ਸਿਰ ਪੀੜ, ਦਿਲ ਕੱਚਾ ਹੋਣਾ, ਮੂੰਹ ਦੇ ਆਲੇ ਦੁਆਲੇ ਸੂਈਆਂ ਚੁਭਣੀਆਂ ਜਾਂ ਸੁੰਨ ਹੋ ਜਾਣਾ, ਨੱਕ ਬੰਦ ਹੋਇਆ ਮਹਿਸੂਸ ਹੋਣਾ, ਸਾਹ ਲੈਣ 'ਚ ਦਿੱਕਤ, ਸਾਈਨਸ ਵਿੱਚ ਰੇਸ਼ਾ ਜਮ੍ਹਾਂ ਹੋਣਾ ਵਰਗੇ ਲੱਛਣ ਹੋ ਸਕਦੇ ਹਨ। ਕੁਝ ਤਾਂ ਚੱਕਰ ਖਾ ਕੇ ਡਿੱਗ ਵੀ ਸਕਦੇ ਹਨ। ਐਲਰਜੀ ਹੋਣ ਵਾਲੇ ਨੂੰ ਜੇ ਬਾਰ-ਬਾਰ ਪੁਦੀਨੇ ਨੂੰ ਸੁੰਘਣਾ ਜਾਂ ਖਾਣਾ ਪੈ ਜਾਏ ਤਾਂ ਕਈ ਵਾਰ ਖਤਰਨਾਕ ਲੱਛਣ ਦਿਸਣੇ ਸ਼ੁਰੂ ਹੋ ਜਾਂਦੇ ਹਨ ਤੇ ਹਸਪਤਾਲ ਵੀ ਦਾਖਲ ਕਰਨਾ ਪੈ ਸਕਦਾ ਹੈ। ਸਿਰਫ ਪੁਦੀਨਾ ਖਾਣ ਨਾਲ ਹੀ ਨਹੀਂ, ਟੁੱਥਪੇਸਟ ਵਰਤਣ ਜਾਂ ਦੰਦਾਂ ਵਿੱਚ ਲੱਗੀ ਦਵਾਈ, ਕਿਸੇ ਨੇੜੇ ਖੜੇ ਬੰਦੇ ਵੱਲੋਂ ਪੁਦੀਨੇ ਦੀ ਟੌਫੀ ਜਾਂ ਚਿੰਗਮ ਖਾਣ ਨਾਲ ਵੀ ਉਹਦੀ ਖੁਸ਼ਬੂ ਸਦਕਾ ਸਾਹ ਲੈਣ 'ਚ ਤਕਲੀਫ ਹੋ ਸਕਦੀ ਹੈ। ਦਰਅਸਲ ਪੁਦੀਨੇ ਵਿਚਲੇ ਕਿਸੇ ਵੀ ਅੰਸ਼, ਸੈਲੀਸਿਲੇਟ, ਲਿਨਾਲੋਲ, ਬੂਟੇ ਵਿਚਲੀ ਪ੍ਰੋਟੀਨ ਆਦਿ ਤੋਂ ਐਲਰਜੀ ਹੋ ਸਕਦੀ ਹੈ ਤੇ ਇਹ ਕਿਸੇ ਇੱਕ ਕਿਸਮ ਨਾਲ ਵੀ ਹੋ ਸਕਦੀ ਹੈ, ਜਿਵੇਂ ਸਪੀਅਰਮਿੰਟ ਤੋਂ ਹੋਵੇ ਪਰ ਪੈਪਰਾਮਿੰਟ ਤੋਂ ਨਹੀਂ, ਜਾਂ ਉਲਟ। ਇਹ ਤਾਂ ਹੋਏ ਮਾੜੇ ਅਸਰ। ਜਿਨ੍ਹਾਂ ਨੂੰ ਐਲਰਜੀ ਨਹੀਂ, ਉਹ ਤਾਂ ਇਸ ਤੋਂ ਭਰਪੂਰ ਫਾਇਦਾ ਲੈ ਕੇ ਨਿੱਕੀ ਮੋਟੀ ਤਕਲੀਫ ਲਈ ਦਵਾਈਆਂ ਦੀ ਵਰਤੋਂ ਛੱਡ ਕੇ ਆਪਣੀ ਸਿਹਤ ਬਰਕਰਾਰ ਰੱਖ ਸਕਦੇ ਹਨ। ਅਖੀਰ 'ਚ ਜ਼ਰੂਰ ਦੱਸਦੇ ਹਾਂ ਕਿ ਪਹਿਲੇ ਸਮਿਆਂ 'ਚ ਪੁਦੀਨੇ ਨੂੰ ਇੰਨੀ ਉੱਚੀ ਪਦਵੀ ਦਿੱਤੀ ਗਈ ਸੀ ਕਿ ਗ੍ਰੀਕ 'ਚ ਇਹਨੂੰ ਹਰਬ ਆਫ ਹੌਸਪਿਟੈਲਿਟੀ ਕਹਿੰਦੇ ਸਨ। ਹੁਣ ਅਸੀਂ ਆਪਣੇ ਮਹਿਮਾਨਾਂ ਦਾ ਕਿਸ ਤਰ੍ਹਾਂ ਸਵਾਗਤ ਕਰਦੇ ਹਾਂ ਤੇ ਕਿਸ ਤਰ੍ਹਾਂ ਕੁਦਰਤੀ ਸੁਗਾਤਾਂ ਦਾ ਨਿਰਾਦਰ ਕਰਨੋਂ ਹਟਦੇ ਹਾਂ, ਇਹ ਸਾਡੇ ਉੱਤੇ ਹੈ।
ਅੱਗੇ ਤੋਂ ਜਦੋਂ ਢੈਂਦੀ ਕਲਾ ਵੱਲ ਜਾਂਦੇ ਦਿਸੋ ਜਾਂ ਸ਼ਾਮ ਨੂੰ ਕੰਮ ਤੋਂ ਮੁੜ ਕੇ ਅੱਤ ਦੀ ਥਕਾਵਟ ਮਹਿਸੂਸ ਕਰੋ ਤਾਂ ਯਾਦ ਰੱਖਿਓ, ਕਮਰੇ 'ਚ ਪੁਦੀਨੇ ਦੀ ਖੁਸ਼ਬੂ ਸੁੰਘ ਕੇ, ਗੁਲਾਬ ਦੀਆਂ ਪੱਤੀਆਂ ਨੂੰ ਨਹਾਉਣ ਵਾਲੇ ਪਾਣੀ 'ਚ ਪਾ ਕੇ ਨਹਾਓ ਤੇ ਰਾਤ ਦੀ ਰਾਣੀ ਦੇ ਫੁੱਲ ਨੇੜੇ ਰੱਖ ਕੇ ਲੰਮੀਆਂ ਤਾਣ ਕੇ ਲੇਟਣ ਲੱਗਿਆਂ ਕਰਾਮਾਤ ਵਾਪਰਦੀ ਵੇਖ ਲੈ। ਅਖੀਰਲਾ ਲੇਖ ਹੈ ਅੰਡਾ। ਸੰਡੇ ਹੋ ਜਾ ਮੰਡੇ, ਰੋਜ਼ ਖਾਓ ਅੰਡੇ। ਬਥੇਰੀ ਵਾਰ ਪੜ੍ਹਿਆ ਸੁਣਿਆ ਗਿਆ ਹੋਏਗਾ। ਇਹ ਕਿਸ ਲਈ ਕਿਹਾ ਗਿਆ ਹੈ, ਇਸ ਬਾਰੇ ਅੱਜ ਗੱਲ ਕਰਾਂਗੇ। ਅੰਡੇ ਅੰਦਰ ਦੋ ਹਿੱਸੇ ਹੁੰਦੇ ਹਨ, ਚਿੱਟਾ ਤੇ ਪੀਲਾ। ਇਹਨਾਂ 'ਚ ਭਰੇ ਪਏ ਹਨ ਲੋੜੀਂਦੇ ਲਾਜਵਾਬ ਤੱਤ। ਲਾਜਵਾਬ ਇਸ ਲਈ ਕਿ ਇਹਦੇ ਚਿੱਟੇ ਹਿੱਸੇ 'ਚ 87% ਪਾਣੀ ਹੈ ਤੇ 13% ਪ੍ਰੋਟੀਨ, ਵਿਟਾਮਿਨ ਤੇ ਮਿਨਰਲ। ਪੀਲੇ ਹਿੱਸੇ 'ਚ 50% ਪਾਣੀ ਹੈ, 33% ਥਿੰਦਾ, 17% ਪ੍ਰੋਟੀਨ, ਵਿਟਾਮਿਨ ਤੇ ਮਿਨਰਲ ਹਨ। ਦੁਨੀਆ ਭਰ 'ਚ ਅੰਡੇ ਨੂੰ ਬੜੇ ਉੱਚੇ ਦਰਜੇ ਦੀ ਥਾਂ ਦਿੱਤੀ ਗਈ ਹੈ। ਕਿਤੇ ਈਸਟਰ ਐਗ, ਕਿਤੇ ਜ਼ਿੰਦਗੀ ਦੀ ਸ਼ੁਰੂਆਤ ਮੰਨਿਆ ਗਿਆ ਤੇ ਕਿਤੇ ਅਗਲੀ ਪੁਸ਼ਤ ਵੱਲ ਇਸ਼ਾਰਾ। ਆਦਿ ਤੋਂ ਲੈ ਕੇ ਪੌਸ਼ਟਿਕ ਆਹਾਰ ਤੱਕ ਇਹਨੂੰ ਹਮੇਸ਼ਾ ਅਹਿਮ ਹੀ ਮੰਨਿਆ ਗਿਆ। ਲਗਭਗ 150 ਮਿਲੀਅਨ ਸਾਲ ਪਹਿਲਾਂ ਤੋਂ ਅੰਡੇ ਦੀ ਹੋਂਦ ਦਾ ਪਤਾ ਲੱਗ ਚੁੱਕਾ ਹੋਇਆ। ਥੇਬਸ, ਇਜਿਪਟ ਵਿੱਚ ਹੈਰਮ ਹੈਪ ਦੇ ਮਕਬਰੇ ਵਿੱਚ ਈਸਾ ਮਸੀਹ ਤੋਂ 1420 ਸਾਲ ਪਹਿਲਾਂ ਦੀ ਬਣੀ ਇੱਕ ਤਸਵੀਰ ਵਿੱਚ ਸ਼ੁਤਰਮੁਰਗ ਦੇ ਅੰਡਿਆਂ ਦਾ ਭਰਿਆ ਇੱਕ ਕੌਲਾ ਚੁੱਕ ਕੇ ਇੱਕ ਆਦਮੀ ਰੱਬ ਅੱਗੇ ਚੜਾਵੇ ਦੇ ਤੌਰ ਉੱਤੇ ਲਿਜਾਂਦਾ ਵਿਖਾਇਆ ਗਿਆ। ਈਸਾ ਮਸੀਹ ਤੋਂ 7500 ਸਾਲ ਪਹਿਲਾਂ ਵੀ ਏਸ਼ੀਆ ਦੇ ਜੰਗਲਾਂ 'ਚ ਸ਼ਿਕਾਰ ਕਰਨ ਲਈ ਲੋਕ ਜਦੋਂ ਜਾਂਦੇ ਹੁੰਦੇ ਸਨ ਤਾਂ ਉਦੋਂ ਵੀ ਭੁੱਖੇ ਭਾਣਿਆਂ ਸ਼ਿਕਾਰੀਆਂ ਲਈ ਅੰਡੇ ਇੱਕ ਸੁਗਾਤ ਮੰਨੇ ਜਾਂਦੇ ਸਨ, ਜੋ ਤੁਰੰਤ ਤਾਕਤ ਦੇ ਕੇ ਇਹਨਾਂ ਨੂੰ ਮਰਨ ਤੋਂ ਬਚਾ ਲੈਂਦੇ ਸਨ। ਈਸਾ ਮਸੀਹ ਤੋਂ 800 ਸਾਲ ਪਹਿਲਾਂ ਗ੍ਰੀਸ ਵਿੱਚ ਵੀ ਅੰਡਿਆਂ ਬਾਰੇ ਜ਼ਿਕਰ ਮਿਲਦਾ ਹੈ ਤੇ ਇਹਨਾਂ ਨੂੰ ਬਹੁਤ ਤਾਕਤਵਰ ਸ਼ੈ ਸਮਝਿਆ ਜਾਂਦਾ ਸੀ। ਰੋਮ ਵਿੱਚ ਪੁਰਾਣੇ ਸਮਿਆਂ 'ਚ ਅੰਡਿਆਂ ਦੇ ਖੋਲ ਨੂੰ ਤੋੜ ਕੇ ਪਲੇਟ 'ਚ ਸਜਾ ਕੇ ਘਰਾਂ ਅੰਦਰ ਰੱਖਿਆ ਜਾਂਦਾ ਸੀ ਤਾਂ ਜੋ ਮਾੜੀਆਂ ਆਤਮਾਵਾਂ ਤੋਂ ਬਚਾਅ ਹੋ ਸਕੇ। ਅੱਜ ਕੱਲ੍ਹ ਵਰਤੀ ਜਾ ਰਹੀ ਮਿਓਨੀਜ਼ ਸੌਸ ਦਾ ਨਾਂ ਵੀ ਫਰਾਂਸੀਸੀ ਲਫ਼ਜ਼ ਮੋਇਨ ਤੋਂ ਬਣਿਆ, ਜਿਹਦਾ ਅਰਥ ਹੈ ਵਿਚਕਾਰਲਾ ਹਿੱਸਾ ਜਾਂ ਅੰਡੇ ਦਾ ਪੀਲਾ ਹਿੱਸਾ। 19ਵੀਂ ਸਦੀ 'ਚ ਅੰਡਿਆਂ ਨੂੰ ਸੁਕਾਉਣ ਦਾ ਸਫਲ ਯਤਨ ਕੀਤਾ ਗਿਆ। ਦੂਜੇ ਵਿਸ਼ਵ ਯੁੱਧ ਵਿੱਚ ਫੌਜੀਆਂ ਲਈ ਇਹ ਸੁਕਾ ਕੇ ਭੇਜੇ ਜਾਣ ਲੱਗ ਪਏ ਤਾਂ ਜੋ ਫੌਜੀਆਂ ਲਈ ਥੋੜ੍ਹੀ ਮਾਤਰਾ ਵਿੱਚ ਵੀ ਇੱਕ ਲਗਭਗ ਸੰਪੂਰਨ ਖੁਰਾਕ ਪਹੁੰਚ ਸਕੇ। ਇੰਗਲੈਂਡ ਤੇ ਨਾਰਵੇ ਵਿੱਚ ਹੰਸ ਦੇ ਅੰਡੇ ਬਹੁਤ ਮਹਿੰਗੇ ਵਿਕਦੇ ਰਹੇ ਹਨ। ਇਸ ਤੋਂ ਪਹਿਲਾਂ ਕਿ ਅੰਡੇ ਅੰਦਰਲੇ ਤੱਤਾਂ ਬਾਰੇ ਵਿਸਥਾਰ ਨਾਲ ਗੱਲ ਕਰੀਏ, ਕੁਝ ਗੱਲਾਂ ਦਾ ਪਤਾ ਹੋਣਾ ਜ਼ਰੂਰੀ ਹੈ। ਅੰਡਿਆਂ ਵਿੱਚ ਕਈ ਵਾਰ ਸਾਲਮੋਨੈਲਾ ਕੀਟਾਣੂ ਹਮਲਾ ਬੋਲ ਦਿੰਦੇ ਹਨ, ਜਿਹੜੇ 145 ਤੋਂ 165 ਡਿਗਰੀ ਫਾਰਨਹਾਈਟ ਤੱਕ ਅੰਡੇ ਨੂੰ ਉਬਾਲੇ ਜਾਣ ਉੱਤੇ ਮਰ ਜਾਂਦੇ ਹਨ। ਬਹੁਤ ਜ਼ਿਆਦਾ ਉਬਾਲੇ ਜਾਣ ਉੱਤੇ ਵੇਖਿਆ ਗਿਆ ਕਿ ਅੰਡੇ ਦੇ ਪੀਲੇ ਹਿੱਸੇ ਦੇ ਬਾਰ-ਬਾਰ ਗੁਲਾਈ ਵਿੱਚ ਗਾੜਾ ਹਰਾ ਰੰਗ ਜਿਹਾ ਦਿਸਣ ਲੱਗ ਪੈਂਦਾ ਹੈ। ਇਹ ਦਰਅਸਲ ਅੰਡੇ ਦੇ ਪੀਲੇ ਹਿੱਸੇ ਵਿਚਲੇ ਲੋਹ ਕਣ ਤੇ ਸਲਫਰ ਦੇ ਜੰਮ ਜਾਣ ਕਾਰਨ ਹੁੰਦਾ ਹੈ। ਬਹੁਤ ਜ਼ਿਆਦਾ ਉਬਾਲੇ ਜਾਣ ਉੱਤੇ ਅੰਡੇ ਵਿਚਲੇ ਪ੍ਰੋਟੀਨ ਵੀ ਖਰਾਬ ਹੋ ਜਾਂਦੇ ਹਨ। ਜੇ ਗਲਤੀ ਨਾਲ ਅੰਡਾ ਜ਼ਿਆਦਾ ਉਬਲ ਗਿਆ ਤਾਂ ਤੁਰੰਤ ਕਾਫੀ ਠੰਡੇ ਪਾਣੀ 'ਚ ਰੱਖਣ ਨਾਲ ਹਰੇ ਰੰਗ ਦੀ ਲਾਈਨ ਬਣਨ ਤੋਂ ਬਚਾਅ ਹੋ ਸਕਦਾ ਹੈ। ਬਹੁਤ ਜ਼ਿਆਦਾ ਉਬਾਲਣ ਨਾਲ ਅੰਡੇ ਵਿਚਲੇ ਕੋਲੇਸਟ੍ਰੋਲ ਦੀ ਆਕਸੀਡੇਸ਼ਨ ਹੋ ਜਾਣ ਸਦਕਾ ਇਹ ਨਾੜੀਆਂ ਅੰਦਰ ਜੰਮ ਜਾਂਦਾ ਹੈ, ਜੋ ਨੁਕਸਾਨਦੇਹ ਹੋ ਸਕਦਾ ਹੈ। ਇਸੇ ਲਈ ਅੰਡਾ ਬਹੁਤ ਜ਼ਿਆਦਾ ਉਬਾਲਣਾ ਠੀਕ ਨਹੀਂ ਰਹਿੰਦਾ। ਅੰਡੇ ਦੇ ਅੰਦਰਲੇ ਪੀਲੇ ਹਿੱਸੇ ਦਾ ਰੰਗ ਤੇ ਗਾੜਾਪਨ ਕੁਕੜੀ ਦੀ ਖੁਰਾਕ ਉੱਤੇ ਨਿਰਭਰ ਹੁੰਦਾ ਹੈ। ਜੇ ਕੁਕੜੀ ਜ਼ਿਆਦਾ ਮੱਕੀ ਦੇ ਦਾਣੇ ਜਾਂ ਪੀਲੇ ਫੁੱਲਾਂ ਦੀਆਂ ਪੱਤੀਆਂ ਖਾਂਦੀ ਰਹੀ ਹੋਵੇ ਤਾਂ ਅੰਡੇ ਦਾ ਪੀਲਾ ਰੰਗ ਹੋਰ ਗਾੜਾ ਹੋ ਜਾਂਦਾ ਹੈ ਤੇ ਜੇ ਚਿੱਟੇ ਰੰਗ ਦੇ ਖਾਂਦੀ ਰਹੀ ਹੋਵੇ ਤਾਂ ਰੰਗ ਫਿੱਕਾ ਪੀਲਾ ਰਹਿ ਜਾਂਦਾ ਹੈ। ਜਦੋਂ ਪੀਲੇ ਹਿੱਸੇ ਉੱਤੇ ਲਾਲ ਧੱਬੇ ਦਿਸਣ ਤਾਂ ਮਤਲਬ ਹੈ ਕਿ ਕੋਈ ਲਹੂ ਦੀ ਨਾੜੀ ਫਟ ਗਈ ਹੈ। ਅਜਿਹੇ ਅੰਡੇ ਨੂੰ ਖਾਣ ਨਾਲ ਸਿਹਤ ਉੱਤੇ ਕੋਈ ਖਰਾਬੀ ਨਹੀਂ ਹੁੰਦੀ। ਅੰਡੇ ਦਾ ਚਿੱਟਾ ਹਿੱਸਾ ਜੇ ਗੁਲਾਬੀ ਭਾਅ ਮਾਰ ਰਿਹਾ ਹੋਵੇ ਤਾਂ ਜ਼ਰੂਰ ਖਤਰਨਾਕ ਮੰਨਿਆ ਜਾਂਦਾ ਹੈ, ਕਿਉਂਕਿ ਉਹਦਾ ਮਤਲਬ ਹੈ ਕਿ ਉਸ ਅੰਡੇ ਅੰਦਰ ਸੂਡੋਮੋਨਾਸ ਕੀਟਾਣੂ ਹਮਲਾ ਬੋਲ ਚੁੱਕੇ ਹੋਏ ਹਨ। ਇਸ ਤਰ੍ਹਾਂ ਦੇ ਅੰਡੇ ਬਿਲਕੁਲ ਨਹੀਂ ਖਾਣੇ ਚਾਹੀਦੇ। ਹੁਣ ਗੱਲ ਕਰੀਏ ਅੰਡੇ ਅੰਦਰ ਭਰੇ ਗੁਣਾਂ ਦੀ। ਅੰਡੇ ਵਿੱਚ ਬੇਹਿਸਾਬ ਲੋੜੀਂਦੇ ਤੱਤ ਹਨ। ਇਹਦੇ ਚਿੱਟੇ ਤੇ ਪੀਲੇ ਹਿੱਸੇ ਵਿੱਚ ਵੱਖੋ ਵੱਖ ਗੁਣਕਾਰੀ ਚੀਜ਼ਾਂ ਭਰੀਆਂ ਪਈਆਂ ਹਨ। ਜੇ ਹਰ ਤੱਤ ਨੂੰ ਵੱਖੋ ਵੱਖ 100% ਮੰਨ ਲਿਆ ਜਾਏ ਤਾਂ ਚਿੱਟੇ ਤੇ ਪੀਲੇ ਹਿੱਸੇ 'ਚ ਪੂਰਾ ਅੱਧੋ ਅੱਧ ਨਹੀਂ ਹੈ, ਬਲਕਿ ਕੋਈ ਤੱਤ ਚਿੱਟੇ 'ਚ ਵੱਧ ਹੈ ਤੇ ਕੋਈ ਪੀਲੇ ਹਿੱਸੇ ਵਿੱਚ। ਅੰਡੇ ਦੇ ਚਿੱਟੇ ਹਿੱਸੇ 'ਚ 21 ਕੈਲੋਰੀਆਂ ਹਨ। ਲੋੜੀਂਦੇ ਤੱਤ ਤੇ ਡਾਇਟਰੀ ਰੈਫਰੈਂਸ ਇੰਡੈਕਸ। ਪ੍ਰੋਟੀਨ 60%,
मैग्नीशियम 10.25%, पोटाशियम 10.25%, सोडियम 10.25%, विटामिन B3 90%, विटामिन B2 62%, थिंदा 10%, विटामिन B5 8%, विटामिन B6 8%, विटामिन B12 8%, फोलेट 8%, कोलिन 8%, कैल्शियम 8%, फास्फोरस, जिंक, कॉपर, लोकन सारे 8%, मैग्नीज 30%, विटामिन B1 25%, बायोटिन 20%, सिलीनियम 41%। अंडे ਦੇ ਪੀਲੇ ਹਿੱਸੇ 'ਚ 24 ਕੈਲਰੀਆਂ ਹਨ। विटामिन ए 100%, विटामिन के 100%, विटामिन डी 100%, विटामिन ई 100%, प्रोटीन 40%, विटामिन B3 10%, विटामिन B2 38%, थिंदा 90%, विटामिन B5 92 ਤੋਂ 95%, विटामिन B6 92 ਤੋਂ 95, विटामिन B12 फोलेट, कोलिन, कैल्शियम, फास्फोरस, जिंक, कॉपर, लहूकण सारे 92 ਤੋਂ 95%, मैग्नीज 70%, विटामिन B1 75%, बायोटीन 80%, सिलीनियम 59%, कैरोटीनाइड 100%, ओमेगा 3 फैटी एसिड 100%। अंडियां ਨੂੰ ਹਾਨੀਕਾਰਕ ਮੰਨਦੇ ਹੋਏ ਨਾ ਖਾਣ ਦੇਣ ਦੀ ਸਲਾਹ ਦੇਣ ਵਾਲੇ ਇਹ ਭੁੱਲ ਰਹੇ ਹਨ ਕਿ ਇਕੱਲੇ ਅੰਡਿਆਂ ਉੱਤੇ ਪੂਰਾ ਦੋਸ਼ ਮੰਨਣਾ ਠੀਕ ਨਹੀਂ ਹੈ। ਜਿਨ੍ਹਾਂ ਵੀ ਬੰਦਿਆਂ ਉੱਤੇ ਹਾਲੇ ਤੱਕ ਖੋਜ ਕੀਤੀ ਗਈ ਹੈ ਉਹ ਅਮਰੀਕੀ ਨਾਸ਼ਤੇ ਵਿੱਚ ਅੰਡਿਆਂ ਨਾਲ ਹੈਮ, ਸੌਸੇਜ ਤੇ ਬੈਕਨ ਵੀ ਖਾ ਰਹੇ ਸਨ। ਜੇ ਕੋਈ ਮਾੜੇ ਅਸਰ ਦਿਸੇ ਹਨ ਤਾਂ ਬਾਕੀ ਦੀਆਂ ਚੀਜ਼ਾਂ ਸਦਕਾ ਵੀ ਹੋ ਸਕਦੇ ਹਨ। 2 ਅੰਡੇ 150 ਤੋਂ 175 ਕੈਲਰੀਆਂ ਹੀ ਦਿੰਦੇ ਹਨ, ਜਿਹੜੀਆਂ ਰੋਜ਼ ਦੀਆਂ ਲੋੜੀਂਦੀਆਂ 2000 ਕੈਲਰੀਆਂ ਦਾ ਸਿਰਫ 7 ਤੋਂ 8% ਹਿੱਸਾ ਹੀ ਬਣਦਾ ਹੈ। ਪਰ ਇੰਨੀਆਂ ਕੋਈ ਕੈਲਰੀਆਂ 'ਚ ਢੇਰਾਂ ਦੇ ਢੇਰ ਲੋੜੀਂਦੇ ਤੱਤ ਸੰਪੂਰਨ ਮਾਤਰਾ 'ਚ ਹਨ। ਅੰਡੇ 'ਚ ਫਾਈਬਰ ਨਹੀਂ ਹੁੰਦਾ। ਫਾਈਬਰ ਦਿਲ ਦੇ ਰੋਗ ਹੋਣ ਤੋਂ ਬਚਾਓ ਕਰਦਾ ਹੈ ਤੇ ਸ਼ੱਕਰ ਰੋਗੀਆਂ ਤੇ ਕੈਂਸਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ। ਕਈ ਖੋਜਾਂ ਨੇ ਸਿੱਧ ਕੀਤਾ ਹੈ ਕਿ ਹਾਰਟ ਅਟੈਕ ਜਾਂ ਸਟ੍ਰੋਕ ਦਾ ਖਤਰਾ 1 ਤੋਂ 6 ਅੰਡੇ ਹਰ ਹਫ਼ਤੇ ਖਾਣ ਨਾਲ ਵੱਧਦਾ ਨਹੀਂ। ਇਸੇ ਖੋਜ 'ਚ HDL ਕੋਲੈਸਟਰੋਲ, ਚੰਗਾ ਕੋਲੈਸਟਰੋਲ ਵੀ ਅੰਡਾ ਖਾਣ ਨਾਲ ਵਧਿਆ ਹੋਇਆ ਲੱਭਿਆ। ਅੰਡੇ ਵਿਚਲਾ ਕਾਫੀ ਮਾਤਰਾ 'ਚ ਪਿਆ ਕੋਲੀਨ ਦਰਅਸਲ ਫਾਸਫੇਟਿਡਿਲ ਇਥਾਨੋਲਾਮੀਨ ਵਧਾ ਦਿੰਦਾ ਹੈ, ਜੋ ਅੱਗੋਂ HDL ਕੋਲੈਸਟਰੋਲ ਦੀ ਮਾਤਰਾ ਵਧਾ ਦਿੰਦਾ ਹੈ, ਜਿਸ ਨਾਲ ਸਰੀਰ ਨੂੰ ਫਾਇਦਾ ਪਹੁੰਚਦਾ ਹੈ। ਟਾਈਪ 2 ਡਾਇਬਟੀਜ਼ ਵਾਲੇ ਸ਼ੱਕਰ ਰੋਗੀਆਂ 'ਚ ਜ਼ਿਆਦਾ ਅੰਡੇ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਬਾਕੀਆਂ ਨਾਲੋਂ ਜ਼ਿਆਦਾ ਹੁੰਦਾ ਹੈ, ਕਿਉਂਕਿ ਉਹ ਸ਼ੱਕਰ ਰੋਗ ਸਦਕਾ ਪਹਿਲਾਂ ਹੀ ਦਿਲ ਦੇ ਰੋਗਾਂ ਦੇ ਸ਼ਿਕਾਰ ਵੱਧ ਹੁੰਦੇ ਹਨ। ਇਸੇ ਲਈ ਅੰਡੇ ਦਾ ਪੀਲਾ ਹਿੱਸਾ ਘੱਟ ਹੀ ਵਰਤਣ ਤਾਂ ਠੀਕ ਰਹਿਣਗੇ। ਕੈਂਸਰ ਰੋਗੀਆਂ 'ਚ ਹੋਈ ਖੋਜ ਵੀ ਜਿੱਥੇ ਸਾਬਤ ਕਰਦੀ ਹੈ ਕਿ ਇੱਕ ਪਾਸੇ ਅੰਤੜੀਆਂ ਦੇ ਕੈਂਸਰ ਦਾ ਖਤਰਾ ਅੰਡੇ ਜ਼ਿਆਦਾ ਖਾਣ ਨਾਲ ਵੱਧ ਗਿਆ, ਉੱਥੇ ਅੰਡੇ ਦੇ ਨਾਲ ਸਬਜ਼ੀਆਂ, ਦਾਲਾਂ, ਫਲ ਖਾਂਦੇ ਰਹਿਣ ਨਾਲ ਛਾਤੀ ਦੇ ਕੈਂਸਰ ਦਾ ਖਤਰਾ ਕਾਫੀ ਘੱਟ ਹੋਇਆ ਲੱਭਿਆ। ਅੰਡੇ ਦਰਅਸਲ ਵਾਕਈ ਆਪਣੇ ਆਪ 'ਚ ਕੁਦਰਤੀ ਤੌਰ ਉੱਤੇ ਸੰਪੂਰਨ ਖੁਰਾਕ ਹਨ, ਖਾਸ ਕਰ ਪ੍ਰੋਟੀਨ, ਸੇਲੀਨੀਅਮ, ਵਿਟਾਮਿਨ ਤੇ ਓਮੇਗਾ 3 ਫੈਟੀ ਐਸਿਡ ਵਜੋਂ। ਇਸੇ ਲਈ ਸਿਰਫ ਉਹ ਬਿਮਾਰੀਆਂ ਜਿਨ੍ਹਾਂ 'ਚ ਇਹਨਾਂ ਦੀ ਪਰਹੇਜ਼ ਦੀ ਲੋੜ ਹੈ, ਡਾਕਟਰੀ ਸਲਾਹ ਨਾਲ ਛੱਡ ਕੇ ਬਾਕੀਆਂ ਲਈ, ਖਾਸ ਕਰ ਵੱਧਦੇ ਬੱਚਿਆਂ ਤੇ ਕਸਰਤ ਕਰ ਰਹੇ ਸਰੀਰਾਂ ਨੂੰ ਤੰਦਰੁਸਤ ਰੱਖਣ ਲਈ ਅੰਡੇ ਖਾਣੇ ਚਾਹੀਦੇ ਹਨ। ਦਿਮਾਗ ਲਈ ਤੇ ਨਸਾਂ ਦੇ ਕੰਮਕਾਰ ਲਈ ਤਾਂ ਅੰਡਾ ਇੱਕ ਬੇਸ਼ਕੀਮਤੀ ਚੀਜ਼ ਸਾਬਤ ਹੋ ਚੁੱਕਿਆ ਹੈ। ਜਿਹੜੇ ਲੋਕ ਕੋਲੈਸਟਰੋਲ ਦਾ ਡਰ ਪਾ ਕੇ ਅੰਡੇ ਖਾਣ ਤੋਂ ਰੋਕ ਰਹੇ ਹਨ, ਉਹ ਸ਼ਾਇਦ ਭੁੱਲ ਰਹੇ ਹਨ ਕਿ ਕੋਲੈਸਟਰੋਲ ਦਾ ਚੰਗਾ ਅੰਸ਼ ਵੀ ਹੁੰਦਾ ਹੈ ਤੇ ਹੋਰ ਤਲੀਆਂ ਚੀਜ਼ਾਂ ਰਾਹੀਂ ਜਿਹੜਾ ਕੋਲੈਸਟਰੋਲ ਸਰੀਰ ਅੰਦਰ ਜਾ ਰਿਹਾ ਉਹ ਅੰਡੇ ਤੋਂ ਕਿਤੇ ਵੱਧ ਖਤਰਨਾਕ ਹਨ। ਜ਼ਿਆਦਾਤਰ ਵਿਟਾਮਿਨ ਅੰਡੇ ਦੇ ਪੀਲੇ ਹਿੱਸੇ 'ਚ ਹਨ, ਸੋ ਜੇ ਹਰ ਵਾਰੀ ਉਹ ਸੁੱਟ ਦਿੱਤਾ ਜਾਂਦਾ ਹੈ ਤਾਂ ਸਮਝੋ ਢੇਰ ਸਾਰੀਆਂ ਕੁਦਰਤੀ ਸੁਗਾਤਾਂ ਤੋਂ ਵੰਚਿਤ ਰਹਿ ਗਏ। ਜਿਨ੍ਹਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਅੰਡਾ ਨਹੀਂ ਖਾਣਾ, ਉਹਨਾਂ ਦੀ ਮਰਜ਼ੀ, ਪਰ ਇਸ ਵਿਚਲੇ ਅੰਸ਼ ਸਦਕਾ ਅਮਰੀਕਾ ਦੀ ਫੂਡ ਗ੍ਰੇਡਿੰਗ ਅਨੁਸਾਰ ਦੁਨੀਆ ਦੇ ਸਭ ਤੋਂ ਵੱਧ ਤਾਕਤਵਰ, ਤੰਦਰੁਸਤ ਤੇ ਸਿਹਤਮੰਦ ਖਾਣਿਆਂ ਵਿੱਚ ਅੰਡੇ ਨੂੰ ਬਹੁਤ ਵਧੀਆ ਦਾ ਖਿਤਾਬ ਦਿੱਤਾ ਗਿਆ ਹੈ, ਕਿਉਂਕਿ ਇਸ ਵਿਚਲੀ ਕੋਲੀਨ, ਟ੍ਰਿਪਟੋਫੈਨ, ਸੇਲੀਨੀਅਮ, ਆਇਓਡੀਨ, ਵਿਟਾਮਿਨ B2 ਤੇ ਪ੍ਰੋਟੀਨ ਦੀ ਸਹੀ ਮਾਤਰਾ ਤੇ ਲੋੜੀਂਦੀ ਮਿਕਦਾਰ ਕਿਸੇ ਹੋਰ ਚੀਜ਼ 'ਚ
ਇੱਕੋ ਵੇਲੇ ਨਹੀਂ ਮਿਲ ਰਹੀ ਤੇ ਸਾਰੀਆਂ ਚੀਜ਼ਾਂ ਸਰੀਰ ਲਈ ਅਤ ਲੋੜੀਂਦੀਆਂ ਹਨ। ਇਸ ਤੋਂ ਇਲਾਵਾ ਮੋਲੀਬਿਡਨਮ, ਵਿਟਾਮਿਨ B12, ਫਾਸਫੋਰਸ, ਵਿਟਾਮਿਨ B5 ਤੇ ਵਿਟਾਮਿਨ D ਦੀ ਮਾਤਰਾ ਵੀ ਇੱਕੋ ਵੇਲੇ ਸਹੀ ਮਿਕਦਾਰ 'ਚ ਸਿਰਫ ਅੰਡੇ 'ਚ ਹੀ ਮਿਲਦੀ ਹੈ, ਜੋ ਖੁਰਾਕ ਦੀ ਕਮੀ ਨੂੰ ਝਟਪਟ ਠੀਕ ਕਰਕੇ ਦਿਮਾਗ ਤੇ ਸਰੀਰ ਦੋਹਾਂ ਨੂੰ ਤੰਦਰੁਸਤ ਕਰਦੇ ਹਨ। ਇਸੇ ਲਈ ਵਾਲ, ਚਮੜੀ, ਅੱਖਾਂ, ਨਸਾਂ, ਪੱਠੇ, ਗੁਰਦੇ, ਜਿਗਰ, ਹੱਡੀਆਂ, ਗਲਕੀ, ਸਰੀਰ ਦੇ ਹਰ ਅੰਗ ਨੂੰ ਰਵਾਂ ਤੇ ਚੁਸਤ ਦਰੁਸਤ ਰੱਖਣ 'ਚ ਅੰਡਾ ਕਮਾਲ ਦੀ ਭੂਮਿਕਾ ਨਿਭਾ ਰਿਹਾ। ਹੋਰ ਤਾਂ ਹੋਰ ਸ਼ੈਂਪੂ ਤੇ ਕਰੀਮਾਂ, ਫੇਸ ਪੈਕਸ ਆਦਿ ਵਿੱਚ ਵੀ ਅੰਡੇ ਦੀ ਖੁੱਲ੍ਹ ਕੇ ਵਰਤੋਂ ਹੋ ਰਹੀ ਹੈ। ਸੋ ਇਸ ਐਕਸਲੈਂਟ ਮੰਨੀ ਜਾ ਚੁੱਕੀ ਖੁਰਾਕ ਨੂੰ ਨਾ ਖਾ ਕੇ ਜੇ ਸਿਹਤ ਦਾ ਨੁਕਸਾਨ ਅਸੀਂ ਆਪ ਹੀ ਕਰ ਰਹੇ ਹੋਈਏ ਤਾਂ ਦੋਸ਼ ਕਿਸੇ ਹੋਰ ਨੂੰ ਕਿਉਂ ਦੇਣਾ। ਜਾਂਦੇ ਜਾਂਦੇ ਇਸ ਨੁਕਤੇ ਵੱਲ ਧਿਆਨ ਕਰਿਓ। ਇਹ ਤਾਂ ਸਮਝ ਆਉਂਦੀ ਹੈ ਕਿ ਜਿਹੜੇ ਮਾਸ ਨਾ ਖਾਣ ਉਹ ਸ਼ਾਕਾਹਾਰੀ ਤੇ ਜਿਹੜੇ ਮਾਸ ਖਾਣ ਉਹ ਮਾਸਾਹਾਰੀ, ਪਰ ਜਿਹੜੇ ਸ਼ੁੱਧ ਸ਼ਾਕਾਹਾਰੀ ਹੋਣ ਦੇ ਬਾਵਜੂਦ ਲੋੜਵੰਦ ਇਨਸਾਨਾਂ ਦਾ ਲਹੂ ਚੂਸ ਜਾਂਦੇ ਹੋਣ, ਉਹਨਾਂ ਨੂੰ ਕਿਸ ਪਾਸੇ ਸ਼ਾਮਲ ਕਰੀਏ। ਧੰਨਵਾਦ।